ਵੇਖਣ ਵਿੱਚ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਮੇਂ ਯੋਗੀ, ਜਿਨ੍ਹਾਂ ਨੂੰ ਜੋਗੀ ਕਿਹਾ ਜਾਂਦਾ ਹੈ, ਸੰਸਾਰ ਨੂੰ ਤਿਆਗ, ਗ੍ਰਸਤ ਨੂੰ ਤਿਆਗ ਜੰਗਲਾਂ ਵਿੱਚ ਜਾਂਦੇ ਸਨ। ਸਿਰ ਦੇ ਵਿੱਚ ਵਿਭੂਤ ਪਾਣੀ, ਪਿੰਡੇ ਤੇ ਵਿਭੂਤ ਮਲਣੀ, ਕੰਨਾਂ ਵਿੱਚ ਮੁੰਦਰਾਂ, ਹੱਥਾਂ ਵਿੱਚ ਚਿੱਪੀ ਔਰ ਝੋਲੀ ਆਦਿਕ ਰੱਖਣੀ, ਹੱਥ ਵਿੱਚ ਇੱਕ ਡੰਡਾ ਰੱਖਣਾ ਔਰ ਨਾਲ ਇੱਕ ਨਾਦੀ ਹੁੰਦੀ ਸੀ ਵਜਾਉਣ ਵਾਸਤੇ, ਔਰ ਬਾਹਰ ਜਾ ਜੰਗਲਾਂ ਦੇ ਅੰਦਰ ਸਮਾਧੀਆਂ ਆਦਿਕ ਲਗਾਉਣੀਆਂ। ਇਸੇ ਨੂੰ ਗਿਆਨ ਦਾ ਮਾਰਗ ਸਮਝਦੇ ਸਨ, ਇਸੇ ਨੂੰ ਪ੍ਰਭੂ ਮਿਲਾਪ ਦਾ ਸਾਧਨ ਮੰਨਦੇ ਸਨ। ਤਾਂ ਗੁਰਦੇਵ ਪਾਤਸ਼ਾਹ ਨੇ ਬਚਨ ਕੀਤਾ ਹੈ ਕਿ ਇਹਨਾਂ ਸਾਧਨਾਂ ਦੇ ਨਾਲ ਕਦੇ ਵੀ ਮਨੁੱਖ ਸਚਿਆਰ ਨਹੀਂ ਹੋ ਸਕਦਾ, ਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਨਹੀਂ ਆ ਸਕਦੀ, ਔਰ ਨਾ ਹੀ ਐਵੇਂ ਸੰਸਾਰ ਚੱਲ ਸਕਦਾ ਹੈ। ਜੇ ਸਾਰੇ ਹੀ ਜੋਗੀ ਹੋ ਜਾਣ, ਗ੍ਰਸਤ ਨੂੰ ਤਿਆਗ ਜਾਣ, ਤਾਂ ਇਹ ਸੰਸਾਰ ਚੱਲੇਗਾ ਹੀ ਨਹੀਂ। ਮੰਨ ਲਓ ਅੱਜ ਤੋਂ ਲੈ ਕੇ ਸਾਰੀ ਦੁਨੀਆ ਗ੍ਰਸਤ ਨੂੰ ਤਿਆਗ ਦੇਵੇ, ਤਾਂ ਅੱਗੋਂ ਕੋਈ ਨਵਾਂ ਬੱਚਾ ਪੈਦਾ ਨਹੀਂ ਹੋਏਗਾ। ਤੇ ਜਿੰਨੇ ਇਸ ਦੁਨੀਆ ਦੇ ਉੱਤੇ ਹੁਣ ਲੋਕ ਨੇ, ਹੌਲੇ ਹੌਲੇ ਆਪਣੀ ਆਪਣੀ ਉਮਰ ਮੁਤਾਬਕ ਸੰਸਾਰ ਨੂੰ ਛੱਡਦੇ ਜਾਣਗੇ, ਸੰਸਾਰ ਖਤਮ ਹੋ ਜਾਏਗਾ। ਪਹਿਲੀ ਗੱਲ, ਸੰਸਾਰ ਨਹੀਂ ਚੱਲ ਸਕਦਾ। ਦੂਜੀ ਗੱਲ ਕਿ ਜੇ ਸਾਰੇ ਹੀ ਜੋਗੀ ਹੋ ਜਾਣ, ਸਾਰੇ ਹੀ ਜੰਗਲਾਂ ਵਿੱਚ ਚਲੇ ਜਾਣ ਔਰ ਸਾਰੇ ਹੀ ਮੰਗਣ ਵਾਸਤੇ ਝੋਲੀਆਂ ਪਾ ਲੈਣ, ਚਿੱਪੀ ਫੜ ਲੈਣ, ਤਾਂ ਵੀ ਇਹ ਸਮਾਜ ਨਹੀਂ ਚੱਲੇਗਾ। ਕਿਉਂਕਿ ਦੇਣ ਵਾਲਾ ਕੌਣ ਹੋਏਗਾ? ਜਦੋਂ ਕਿਰਤੀ ਨਹੀਂ ਕਰਾਂਗੇ ਤਾਂ ਖਾਣ ਲਈ ਕਿੱਥੋਂ ਆਏਗਾ? ਤਾਂ ਇਸ ਤਰ੍ਹਾਂ ਸਮਾਜ ਵਿੱਚ ਵੀ ਵਿਕਾਸ ਨਹੀਂ ਹੁੰਦਾ। ਤੀਜੀ ਗੱਲ, ਮਾਨਸਿਕਤਾ ਦੇ ਵਿੱਚ ਇਹਨਾਂ ਚੀਜ਼ਾਂ ਨਾਲ ਕੋਈ ਬਦਲਾਵ ਨਹੀਂ ਆਉਂਦਾ, ਕਿਉਂਕਿ ਬਦਲਣਾ ਤਾਂ ਸੁਭਾਅ ਨੂੰ ਹੈ। ਗੁਰਦੇਵ ਨੇ ਬਚਨ ਕੀਤਾ ਹੈ, ਦੇਸ਼ ਛੋੜ ਪਰਦੇਸੈਂ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਿ ਤੂੰ ਇੱਕ ਦੇਸ਼ ਨੂੰ ਛੋੜ ਕੇ ਪਰਦੇਸ਼ ਚਲਾ ਜਾਏ, ਜੰਗਲਾਂ ਵਿੱਚ ਚਲਾ ਜਾਏ ਜਾਂ ਕਿਸੇ ਦੂਜੇ ਦੇਸ਼ ਵਿੱਚ ਜਾ ਵਸੇ, ਤਾਂ ਇਹਦੇ ਨਾਲ ਤਾਂ ਕੋਈ ਫਰਕ ਪੈਣ ਵਾਲਾ ਨਹੀਂ। ਜਗ੍ਹਾ ਬਦਲਣ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ, ਕਿਉਂਕਿ ਜਗ੍ਹਾ ਬਦਲਣ ਦੇ ਨਾਲ ਤੇਰਾ ਸੁਭਾਅ ਤਾਂ ਬਦਲਿਆ ਨਹੀਂ। ਤੇਰੇ ਅੰਦਰ ਈਰਖਾ, ਦਵੈਸ਼, ਵੈਰ, ਵਿਰੋਧ ਜੇ ਤੇਰੇ ਨਾਲ ਹੀ ਗਈ ਹੈ, ਤਾਂ ਉਸ ਜਗ੍ਹਾ ਤੇ ਵੀ ਤੂੰ ਪਰੇਸ਼ਾਨ ਹੋਏਗਾ। ਤਾਂ ਸਥਾਨ ਬਦਲਣ ਦੇ ਨਾਲ ਮੈਂਟੈਲਿਟੀ ਚੇਂਜ ਨਹੀਂ ਹੁੰਦੀ, ਤਾਂ ਜ਼ਰੂਰਤ ਤਾਂ ਸੋਚ ਨੂੰ ਚੇਂਜ ਕਰਨ ਦੀ ਹੈ। ਤਾਂ ਗੁਰਦੇਵ ਪਾਤਸ਼ਾਹ 28ਵੀਂ ਪੌੜੀ ਵਿੱਚ ਬਚਨ ਕਰਦੇ ਹਨ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਇਹਨੂੰ ਕਰਹਿ ਨੂੰ ਬਿੰਦੀ ਲਗਾ ਕੇ ਪੜਾਂਗੇ, ਕਰਹਿ, ਕਿਉਂਕਿ ਜਦੋਂ ਵੀ ਕਿਰਿਆਵਾਚੀ ਹਾਹੇ ਦੇ ਨਾਲ ਸਿਹਾਰੀ ਹੋਵੇ ਨਾ, ਤਾਂ ਉਹ ਆਮ ਕਰਕੇ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਤੀ ਹੋਏਗਾ। ਜੋਗੀ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹਨ ਔਰ ਹੱਥ ਦੇ ਅੰਦਰ ਇੱਕ ਪੱਤ ਦਾ ਮਤਲਬ ਹੈਗਾ ਇੱਥੇ ਪਾਤਰ, ਚਿੱਪੀ, ਜਿਸ ਦੇ ਅੰਦਰ ਉਹ ਭੋਜਨ ਲੈਂਦੇ ਹਨ, ਤੇ ਝੋਲੀ ਹੁੰਦੀ ਹੈ ਕਿ ਉਹਦੇ ਨਾਲ ਪਾ ਕੇ ਫਿਰ ਝੋਲੀ ਵਿੱਚ ਪਵਾ ਲੈਂਦੇ। ਹੱਥ ਵਿੱਚ ਇੱਕ ਪਾਤਰ ਫੜਿਆ ਹੈ ਔਰ ਇੱਕ ਝੋਲੀ ਮੰਗਣ ਵਾਸਤੇ ਪਾਈ ਹੈ, ਤੇ ਨਾਲ ਮੱਥੇ ਤੇ, ਪਿੰਡੇ ਤੇ, ਸਿਰ ਦੇ ਵਿੱਚ ਵਿਭੂਤੀ ਲਾਈ ਹੈ, ਯਾਨੀ ਸੁਆਹ ਮਲੀ ਹੋਈ ਹੈ। ਇਹਨੂੰ ਉਹ ਧਰਮ ਮੰਨਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤਾਂ ਕੇਵਲ ਕੰਨਾਂ ਵਿੱਚ ਮੁੰਦਰਾਂ ਪਾਉਣ ਦੇ ਨਾਲ ਔਰ ਮੰਗ ਕੇ ਖਾਣ ਦੇ ਨਾਲ ਤੇ ਵਿਭੂਤੀ ਮਲਣ ਦੇ ਨਾਲ ਰੱਬ ਮਿਲਦਾ ਹੋਵੇ, ਤਾਂ ਫਿਰ ਇਹ ਤਾਂ ਸੌਖਾ ਕੰਮ ਹੈ, ਕੰਨ ਤੇ ਕੋਈ ਵੀ ਪੜਵਾ ਲਵੇਗਾ। ਖਾਸ ਕਰਕੇ ਜੋ ਔਰਤਾਂ ਨੇ, ਉਹਨਾਂ ਨੇ ਤਾਂ 99% ਕੰਨ ਬਣਾਏ ਹੁੰਦੇ ਨੇ ਨਾ, ਤੇ ਉਹਨਾਂ ਨੂੰ ਤੇ ਰੱਬ ਮਿਲ ਜਾਣਾ ਚਾਹੀਦਾ ਹੈ। ਹੁਣ ਅੱਜ ਕੱਲ ਤੇ ਕੰਨਾਂ ਦੇ ਵਿੱਚ ਬੀਬੀਆਂ ਭੈਣਾਂ ਨੇ ਤਾਂ ਕਈ ਮੋਰੀਆਂ 6-6 7-7 ਕਰਾਈਆਂ ਹੁੰਦੀਆਂ ਨੇ, ਸੁਣਦੀਆਂ ਬੇਸ਼ੱਕ ਕਿਸੇ ਦੀ ਨਹੀਂ, ਪਰ ਮੋਰੀਆਂ ਬਹੁਤ ਕਰਾਈਆਂ। ਕਹਿਣ ਤੋਂ ਮੁਰਾਦ ਕਿ ਜੇ ਕੰਨ ਪੜਵਾਉਣ ਨਾਲ ਮਿਲਦਾ ਹੋਏ, ਤਾਂ ਫਿਰ ਜਿਹੜੇ ਅੱਜ ਕੱਲ ਮੁੰਡੇ ਵੀ ਮੁਰਕੀਆਂ ਪਾਈ ਫਿਰਦੇ ਨੇ, ਉਹਨਾਂ ਨੂੰ ਮਿਲ ਜਾਏ, ਪਰ ਇਹਦੇ ਨਾਲ ਕੋਈ ਰੱਬ ਦੀ ਪ੍ਰਾਪਤੀ ਦਾ ਸੰਬੰਧ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੁੰਦਾ ਸੰਤੋਖ, ਸੰਤੋਖ ਨੂੰ ਮੁੰਦਰਾ ਬਣਾਓ। ਜ਼ਿੰਦਗੀ ਵਿੱਚ ਸੰਤੋਖ ਚਾਹੀਦਾ। ਜੇ ਸਚਿਆਰ ਹੋਣਾ ਹੈ ਤਾਂ ਮੁੰਦਰਾਂ ਸਚਿਆਰ ਨਹੀਂ ਬਣਾਉਣਗੀਆਂ। ਜ਼ਿੰਦਗੀ ਵਿੱਚ ਸੰਤੋਖ ਚਾਹੀਦਾ ਹੈ ਖੁਸ਼ੀ ਵਾਸਤੇ। ਦੇਖੋ, ਜੇ ਮੈਂ ਔਰਤਾਂ ਦੇ ਖਿਲਾਫ ਨਹੀਂ ਬੋਲ ਰਿਹਾ, ਗੱਲ ਧਿਆਨ ਰੱਖਣਾ, ਜੇਕਰ ਕੰਨਾਂ ਦੇ ਵਿੱਚ ਛੇਕ ਕਰਾਉਣ ਨਾਲ ਜਾਂ ਵਾਲੀਆਂ ਪਾਉਣ ਨਾਲ, ਜਿਵੇਂ ਜੋਗੀਆਂ ਨੇ ਪਾਈਆਂ ਹੁੰਦੀਆਂ ਨੇ, ਜੇ ਸ਼ਾਂਤੀ ਮਿਲਦੀ ਹੋਵੇ,
ਤਾਂ ਹਰ ਇੱਕ ਔਰਤ ਤਾਂ ਘੱਟ ਤੋਂ ਘੱਟ ਬਿਲਕੁਲ ਸ਼ਾਂਤ ਹੋਣੀ ਚਾਹੀਦੀ ਹੈ ਨਾ, ਉਹਦੀਆਂ ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ ਬਹੁਤੀਆਂ, ਉਹਦੇ ਵਿੱਚ ਕ੍ਰੋਧ ਆਦਿਕ ਨਹੀਂ ਹੋਣਾ ਚਾਹੀਦਾ, ਲੇਕਿਨ ਐਸਾ ਹੈ ਨਹੀਂ ਨਾ। ਤਾਂ ਜੇ ਇੱਕ ਔਰਤ ਦੇ ਕੰਨ ਛੇਦਨ ਦੇ ਨਾਲ ਉਹਨੂੰ ਸ਼ਾਂਤੀ, ਸੰਤੋਖ, ਖੁਸ਼ੀ ਨਹੀਂ ਮਿਲੀ ਤਾਂ ਜੋਗੀ ਨੂੰ ਕਿਵੇਂ ਮਿਲ ਜਾਏਗਾ, ਬੰਦੇ ਨੂੰ ਕਿਵੇਂ ਮਿਲ ਜਾਏਗਾ? ਬੰਦਾ ਮੁੰਦਰਾ ਪਾ ਲਵੇ ਤਾਂ ਉਹਨੂੰ ਕਿਵੇਂ ਮਿਲੇਗਾ? ਯਾਨੀ ਇਹਦਾ ਖੁਸ਼ੀ ਦੇ ਨਾਲ ਕੋਈ ਸੰਬੰਧ ਨਹੀਂ ਹੈ, ਨਾ ਇਹਦਾ ਵਿਦਿਆ ਦੇ ਨਾਲ ਸੰਬੰਧ ਹੈ, ਨਾ ਇਹਦਾ ਗਿਆਨ ਦੇ ਨਾਲ ਸੰਬੰਧ ਹੈ, ਨਾ ਇਹਦਾ ਸਮਾਜ ਸੁਧਾਰ ਦੇ ਨਾਲ ਸੰਬੰਧ ਹੈ। ਸੰਤੋਖ ਦਾ ਸੰਬੰਧ ਹੈ ਸਾਡੇ ਜੀਵਨ ਦੇ ਨਾਲ, ਸਾਡੀ ਖੁਸ਼ੀ ਦੇ ਨਾਲ, ਸੈਟਿਸਫੈਕਸ਼ਨ। ਜਿਨ੍ਹਾਂ ਦੇ ਅੰਦਰ ਸੰਤੋਖ ਹੈ, ਜੋ ਕੁਝ ਮਿਲਿਆ ਹੈ ਦਸਾਂ ਨਵਾਂ ਦੀ ਕਿਰਤ ਕਰਕੇ, ਉਹਦੇ ਤੇ ਸੰਤੋਖ ਕਰਨਾ, ਉਹਦੇ ਨਾਲ ਖੁਸ਼ੀ ਹਾਸਲ ਕਰਨੀ। ਔਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਨੂੰ ਰੋਜ਼ ਮਿਲਦੀਆਂ ਨੇ। ਹੁਣ ਬੱਚੇ ਨੂੰ ਨਿੱਕਾ ਜਿਹਾ ਪੈਨ ਲੈ ਕੇ ਦਿਓ ਨਾ ਤਾਂ ਕਿੰਨਾ ਖੁਸ਼ ਹੁੰਦਾ ਹੈ, ਸਾਰੇ ਟੱਬਰ ਨੂੰ ਵਿਖਾਉਂਦਾ, ਫਿਰ ਸੈਟਿਸਫਾਈ ਹੈ ਨਾ ਉਹ ਨਿੱਕੀ ਜੀ ਕਾਰ ਤੋਂ। ਜਿਵੇਂ ਜਿਵੇਂ ਵੱਧਦਾ ਹੈ ਉਹਦੀਆਂ ਆਸ਼ਾਵਾਂ ਵੱਧਦੀਆਂ ਨੇ, ਗੱਲ ਵੱਖਰੀ ਹੈ। ਕਈ ਲੋਕ ਹੁੰਦੇ ਨੇ ਛੋਟੀ ਜੀ ਕੋਈ ਚੀਜ਼ ਮਿਲੇ ਨਾ ਉਹਦੇ ਨਾਲ ਬਹੁਤ ਖੁਸ਼ ਹੁੰਦੇ ਨੇ, ਉਹਨੂੰ ਬੜਾ ਸੰਭਾਲ ਕੇ ਰੱਖਦੇ ਨੇ। ਨਿੱਕੀ ਜੀ ਗਿਫਟ ਕਿਸੇ ਨੂੰ ਦੋ ਬਹੁਤ ਖੁਸ਼ ਹੋਣਗੇ। ਕਈ ਲੋਕ ਐਸੇ ਨੇ ਜਿਨ੍ਹਾਂ ਦੇ ਕੋਲ ਵੱਡੀ ਤੋਂ ਵੱਡੀ ਚੀਜ਼ ਵੀ ਆ ਜਾਏ ਉਹਨਾਂ ਨੂੰ ਖੁਸ਼ੀ ਨਹੀਂ ਦਿੰਦੀ। ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਿਰਤ ਕਰਕੇ ਹਾਸਲ ਕਰਦੇ ਹੋ ਉਹਨਾਂ ਦੀ ਖੁਸ਼ੀ ਮਾਣੋ। ਨਿੱਕੀਆਂ ਨਿੱਕੀਆਂ ਖੁਸ਼ੀਆਂ ਮਿਲ ਕੇ ਹੀ ਵੱਡੀਆਂ ਖੁਸ਼ੀਆਂ ਬਣ ਜਾਂਦੀਆਂ ਨੇ। ਇੱਕ ਇੱਕ ਬੂੰਦ ਮਿਲ ਕੇ ਪਾਣੀ ਦੀ ਧਾਰਾ ਬਣਦੀ ਹੈ ਤੇ ਨਿੱਕੀਆਂ ਨਿੱਕੀਆਂ ਧਾਰਾਵਾਂ ਮਿਲ ਕੇ ਨਦੀ ਔਰ ਦਰਿਆ ਬਣ ਜਾਂਦੀਆਂ ਨੇ। ਬਰਸਾਤ ਦੀ ਕੱਲੀ ਕੱਲੀ ਬੂੰਦ ਪੈਂਦੀ ਹੈ ਨਾ, ਨਿੱਕੀ ਨਿੱਕੀ ਬੂੰਦ, ਸਾਰੀ ਧਰਤੀ ਤੇ ਹਰਿਆਵਲ ਕਰ ਦਿੰਦੀ ਹੈ, ਕਿਉਂਕਿ ਲਗਾਤਾਰ ਬਰਸ ਰਹੀ ਹੈ ਨਾ। ਐਵੇਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਮਾਣੋਗੇ ਤਾਂ ਉਹ ਵੱਡੀਆਂ ਖੁਸ਼ੀਆਂ ਬਣ ਜਾਣਗੀਆਂ, ਖੁਸ਼ੀਆਂ ਦਾ ਅੰਬਾਰ ਲੱਗ ਜਾਏਗਾ। ਇਸ ਲਈ ਸੰਤੋਖ ਚਾਹੀਦਾ ਹੈ ਜ਼ਿੰਦਗੀ ਵਿੱਚ। ਤੇ ਸੰਤੋਖ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਵਿਕਾਸ ਨਹੀਂ ਕਰਨਾ, ਅਸੀਂ ਅੱਗੇ ਨਹੀਂ ਵਧਣਾ। ਅੱਗੇ ਵਧਣਾ ਹੈ। ਜੋ ਕੁਝ ਮਿਲਿਆ ਉਹਦੇ ਨਾਲ ਅਸਾਂ ਖੁਸ਼ ਹੋਣਾ ਹੈ, ਉਹਦੀ ਅਸਾਂ ਖੁਸ਼ੀ ਨੂੰ ਮਾਨਣਾ ਹੈ। ਪਹਿਲੀ ਗੱਲ, ਜਿਹਦੇ ਆਪਣੇ ਅੰਦਰ ਸੰਤੋਖ ਹੋਏਗਾ ਉਹ ਖੁਸ਼ ਔਰ ਪ੍ਰਸੰਨ ਹੋਏਗਾ। ਜਿਹਦੇ ਅੰਦਰ ਸੰਤੋਖ ਹੋਏਗਾ ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ, ਉਹ ਸ਼ਾਰਟਕਟ ਨਹੀਂ ਅਪਣਾਏਗਾ, ਉਹ ਨਸ਼ਿਆਂ ਦੀ ਤਸਕਰੀ ਨਹੀਂ ਕਰੇਗਾ, ਉਹ ਰਿਸ਼ਵਤ ਆਦਿਕ ਨਹੀਂ ਲਵੇਗਾ, ਉਹ ਆਪਣੀ ਤਨਖਾਹ ਦੇ ਅੰਦਰ ਆਪਣਾ ਬਜਟ ਬਣਾਏਗਾ। ਪਹਿਲੀ ਗੱਲ। ਦੂਜੀ ਗੱਲ ਹੈ ਕਿ ਜਿਸ ਮਨੁੱਖ ਦੇ ਅੰਦਰ ਸੰਤੋਖ ਹੋਏਗਾ ਨਾ, ਉਹ ਮਨੁੱਖ ਕਿਸੇ ਦੂਜੇ ਦੀ ਹੈਲਪ ਕਰੇਗਾ, ਸਮੇਂ ਦੇ ਉੱਤੇ ਕਿਸੇ ਦੂਜੇ ਦੀ ਸਹਾਇਤਾ ਕਰੇਗਾ। ਕਿਉਂਕਿ ਕਈ ਵਾਰ ਕਿਸੇ ਤੇ ਐਸਾ ਸਮਾਂ ਬਣ ਜਾਂਦਾ ਹੈ ਜਿੱਥੇ ਉਹ ਬੰਦਾ ਬਿਲਕੁਲ ਬੇਸਹਾਰਾ ਹੋ ਜਾਂਦਾ ਹੈ, ਉਹਨੂੰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ, ਉਹ ਕਿਰਤ ਕਰਨ ਜੋਗਾ ਵੀ ਨਹੀਂ ਹੁੰਦਾ, ਉਹਨੂੰ ਆਪਣਾ ਆਉਣ ਵਾਲੇ ਭਵਿੱਖ ਵਿੱਚ ਵੀ ਕੁਝ ਨਜ਼ਰ ਹੀ ਨਹੀਂ ਪੈ ਰਿਹਾ ਹੁੰਦਾ, ਮੈਂ ਕੀ ਕਰਾਂਗਾ, ਕਿੱਧਰ ਜਾਵਾਂਗਾ। ਐਸੇ ਸਮੇਂ ਦੇ ਅੰਦਰ ਕਿਸੇ ਦਾ ਸਹਿਯੋਗ ਉਹੀ ਕਰੇਗਾ ਜਿਹਦੇ ਅੰਦਰ ਸੰਤੋਖ ਹੈ, ਉਹ ਕਿਸੇ ਨੂੰ ਕੁਝ ਦੇ ਸਕੇਗਾ। ਦੇਖੋ ਆ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਲੋਕਡਾਊਨ ਹੋ ਗਈ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਕਾਰੋਬਾਰ ਠੱਪ ਹੋਏ। ਬਹੁਤ ਸਾਰੇ ਲੋਕ ਬਹੁਤਾਤ ਗਿਣਤੀ ਦੇ ਅੰਦਰ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂ ਹੈ ਔਰ ਜਿਨ੍ਹਾਂ ਨੇ ਰੋਜ਼ ਕਮਾ ਕੇ ਖਾਣਾ ਸੀ, ਜੇ ਉਹਨਾਂ ਦੀ ਉਹ ਇਨਕਮ ਦਿਹਾੜੀ ਵਗੈਰਾ ਬੰਦ ਹੋ ਜਾਏ, ਉਹਨਾਂ ਕੋਲ ਜਮਾ ਤਾਂ ਹੈ ਹੀ ਨਹੀਂ ਹੈ, ਇਨਕਮ ਬੰਦ ਹੋ ਜਾਏ ਤੇ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ? ਕਿਰਤ ਤਾਂ ਉਹ ਕਰਨਾ ਚਾਹੁੰਦੇ ਨੇ ਪਰ ਕਿਰਤ ਹੀ ਹੈ ਨਹੀਂ। ਪ੍ਰੋਬਲਮ ਆ ਗਈ ਨਾ। ਹੁਣੇ ਹੀ ਅੱਜ ਮੇਰਾ ਮਨ ਕਾਫੀ ਪਰੇਸ਼ਾਨ ਹੈ। ਮੈਂ ਹੁਣੇ ਹੀ ਇੱਕ ਛੋਟੀ ਜੀ ਖਬਰ ਪੜ੍ਹੀ ਹੈ, 4 ਬੱਚੇ, ਗਰੀਬ, ਬਿਲਕੁਲ ਕੱਚਾ ਘਰ ਹੈ, ਮੈਨੂੰ ਸਟੇਟ ਭੁੱਲ ਗਿਆ, ਸੌਰੀ। ਉਹਨਾਂ ਦੀ ਮਾਂ ਕੁਝ ਸਮਾਂ ਗਰੀਬੀ ਦੇ ਕਾਰਨ ਬੱਚਿਆਂ ਨੂੰ ਛੱਡ ਕੇ ਚਲੀ ਗਈ, ਕਿੱਧਰ ਚਲੀ ਗਈ ਉਸ ਬਾਰੇ ਕੋਈ ਖਬਰ ਨਹੀਂ ਹੈ, ਘਰੋਂ ਗਈ ਵਾਪਸ ਨਹੀਂ ਆਈ। ਬੱਚੀ ਇੱਕ 8 ਸਾਲ ਦੀ ਹੈ, ਬਾਕੀ ਬੱਚੇ ਛੋਟੇ ਨੇ ਤੇ ਉਹਨਾਂ ਦਾ ਪਿਓ ਦਿਹਾੜੀ ਵਗੈਰਾ ਕਰਕੇ ਉਹਨਾਂ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਪਾਲ ਰਿਹਾ ਸੀ। ਤੇ ਕਰੋਨਾ ਵਾਇਰਸ ਕਰਕੇ ਹੁਣ ਮਜ਼ਦੂਰੀ ਵੀ ਬੰਦ ਹੋ ਗਈ ਤੇ ਉਹ ਬੰਦਾ ਆਪ ਵੀ ਬਿਮਾਰ ਹੋ ਗਿਆ ਔਰ ਆਖਿਰ ਉਸ ਦੀ ਵੀ ਮੌਤ ਹੋ ਗਈ। ਹੁਣ ਉਹ 8 ਸਾਲ ਦੀ ਬੱਚੀ ਹੈ, ਬਾਕੀ ਬੱਚੇ ਛੋਟੇ ਨੇ, ਕੱਚਾ ਮਕਾਨ ਹੈ, ਚੋਂਦਾ ਹੈ, ਕਦੋਂ ਉੱਤੇ ਗਿਰ ਜਾਏ ਇਹ ਵੀ ਨਹੀਂ ਪਤਾ। ਤੇ 6-6, 7-7, 8 ਸਾਲ ਦੇ ਬੱਚੇ ਕੀ ਦਿਹਾੜੀ ਕਰਨਗੇ, ਕੀ ਮਜ਼ਦੂਰੀ ਕਰਨਗੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ
ਤੇ ਉਹ ਖਬਰ ਦੇਣ ਵਾਲੇ ਨੇ ਲਿਖਿਆ ਹੈ ਕਿ ਕੋਈ ਆਂਢੀ ਗੁਆਂਢੀ ਥੋੜੇ ਬਹੁਤੇ ਚੌਲ ਵਗੈਰਾ ਦੇ ਦਿੰਦੇ ਨੇ, ਤੇ 8-9 ਸਾਲ ਦੀ ਜੋ ਬੱਚੀ ਹੈ ਨਾ, ਕਿਸੇ ਢੰਗ ਦੇ ਨਾਲ ਇੱਟਾਂ ਉੱਟਾਂ ਜੋੜ ਕੇ ਉਹ ਚੌਲ ਉਬਾਲ ਲੈਂਦੀ ਤੇ ਚਾਰੇ ਬੱਚੇ ਕਿਸੇ ਢੰਗ ਨਾਲ ਖਾ ਲੈਂਦੇ। ਹੁਣ ਐਸੀ ਪੋਜੀਸ਼ਨ ਵਿੱਚ ਉਹਨਾਂ ਬੱਚਿਆਂ ਦਾ ਕੀ ਹਾਲ ਹੋਏਗਾ, ਕਦੇ ਅੰਦਾਜ਼ਾ ਲਗਾਓ। ਤੇ ਉਹਨਾਂ ਬੱਚਿਆਂ ਦਾ ਹਾਲੇ ਫਿਲਹਾਲ ਕੋਈ ਸਹਾਰਾ ਨਹੀਂ ਹੈ। ਥੋੜਾ ਧਿਆਨ ਦੇਣਗੇ ਲੋਕ ਜਿਹੜੇ ਉੱਥੇ ਹੈ ਨੇ, ਕਿਉਂਕਿ ਉਹਨਾਂ ਦਾ ਪੱਕਾ ਐਡਰੈਸ ਵਗੈਰਾ ਕੋਈ ਨਹੀਂ ਹੈ, ਨਹੀਂ ਤੇ ਹੈਲਪ ਕੀਤੀ ਜਾ ਸਕਦੀ ਸੀ ਕਿਸੇ ਢੰਗ ਨਾਲ। ਹੁਣ ਐਸੀ ਕੰਡੀਸ਼ਨ ਦੇ ਅੰਦਰ ਉਹਨਾਂ ਬੱਚਿਆਂ ਦਾ ਸਹਿਯੋਗ ਕੌਣ ਕਰੇਗਾ? ਜਿਹਦੇ ਅੰਦਰ ਸੰਤੋਖ ਹੋਏਗਾ, ਜਿਹਦੇ ਅੰਦਰ ਸੰਤੋਖ ਹੋਏਗਾ ਉਹ ਹੈਲਪ ਕਰੇਗਾ, ਉਹ ਦੂਜੇ ਬਾਰੇ ਸੋਚੇਗਾ। ਤੇ ਜਿਹੜਾ ਕੰਨ ਪੜਵਾ ਕੇ ਆਪ ਹੀ ਜੰਗਲਾਂ ਵਿੱਚ ਬੈਠਾ, ਉਹਨੇ ਕੀ ਕਰਨਾ? ਇਸ ਲਈ ਗੁਰੂ ਜੀ ਕਹਿੰਦੇ ਨੇ ਸੰਤੋਖ ਚਾਹੀਦਾ ਜ਼ਿੰਦਗੀ ਵਿੱਚ, ਆਪਣੀ ਖੁਸ਼ੀ ਵੀ ਔਰ ਕਿਸੇ ਨੂੰ ਖੁਸ਼ੀ ਦੇਣ ਵਾਸਤੇ ਵੀ ਜੀਵਨ ਵਿੱਚ ਸੰਤੋਖ ਦੀ ਲੋੜ ਹੈ। ਤਾਂ ਇਹ ਸੰਸਾਰ ਔਰ ਸਮਾਜ ਦਾ ਭਲਾ ਹੋ ਸਕਦਾ ਹੈ, ਤਾਂ ਸਾਡੀਆਂ ਖੁਸ਼ੀਆਂ ਦੇ ਅੰਦਰ ਵਾਧਾ ਹੋ ਸਕਦਾ ਹੈ, ਤਾਂ ਅਸੀਂ ਰੱਬ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸਚਿਆਰਤਾ ਆ ਸਕਦੀ ਹੈ। ਤੇ ਜਿਹੜਾ ਬੰਦਾ ਤ੍ਰਿਸ਼ਨਾ ਦਾ ਭਰਿਆ ਹੈ, ਜਿਹਦਾ ਆਪਣਾ ਪੇਟ ਨਹੀਂ ਭਰਦਾ, ਐਸਾ ਬੰਦਾ ਕਦੇ ਵੀ ਕਿਸੇ ਦੀ ਹੈਲਪ ਨਹੀਂ ਕਰ ਪਾਏਗਾ ਔਰ ਸਮਾਜ ਵਾਸਤੇ ਕਦੇ ਵੀ ਉਹ ਲਾਹੇਵੰਦ ਨਹੀਂ ਹੋਏਗਾ ਔਰ ਆਪ ਵੀ ਉਹ ਖੁਸ਼ ਔਰ ਪ੍ਰਸੰਨ ਨਹੀਂ ਰਹੇਗਾ। ਮੁੰਦਾ ਸੰਤੋਖ, ਪਹਿਲੀ ਗੱਲ ਸੰਤੋਖ ਚਾਹੀਦਾ। ਤੇ ਦੂਜੀ ਗੱਲ ਕਹਿੰਦੇ ਨੇ ਸਰਮ ਪਤ ਝੋਲੀ। ਇੱਥੇ ਸ਼ਰਮ ਜਿਹੜਾ ਹੈ, ਇਹਨੂੰ ਸ਼ਰਮ ਨਹੀਂ ਪੜਨਾ, ਇੱਥੇ ਸ਼ਰਮ ਸ਼ਬਦ ਹੈ ਸ਼ਰਮ। ਸ਼ਰਮ ਦਾ ਮਤਲਬ ਹੁੰਦਾ ਹੈ ਮਿਹਨਤ। ਹੁਣ ਕੱਲਾ ਸੰਤੋਖ ਕਰਕੇ ਬੈਠੇ ਰਹੋ ਕਿ ਮੈਂ ਤੇ ਜੀ ਸੰਤੋਖੀਆਂ। ਕਈ ਲੋਕ ਆਪਣੇ ਆਲਸ ਨੂੰ ਸੰਤੋਖ ਦੇ ਵਿੱਚ ਨਾਮ ਬਦਲ ਲੈਂਦੇ ਨੇ, ਕੰਮ ਨਹੀਂ ਕਰਨਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸੰਤੋਖ ਵੀ ਤਾਂ ਕਾਇਮ ਰਹੇਗਾ ਨਾ ਜੇ ਮਿਹਨਤ ਕਰੋਗੇ, ਕਿਰਤ ਕਰੋਗੇ। ਪਤ ਦਾ ਮਤਲਬ ਪਾਤਰ, ਝੋਲੀ ਦਾ ਮਤਲਬ ਝੋਲੀ। ਜਿਹੜੇ ਮੰਗਣ ਵਾਸਤੇ ਪਾਤਰ ਫੜੇ ਨੇ ਨਾ, ਹੱਥ ਦੇ ਅੰਦਰ ਬਰਤਨ ਫੜਿਆ ਹੈ, ਚਿੱਪੀ ਫੜੀ ਹੈ, ਝੋਲੀ ਪਾਈ ਹੈ ਮੰਗਣ ਵਾਸਤੇ। ਗੁਰੂ ਜੀ ਕਹਿੰਦੇ ਨੇ ਝੋਲੀ ਨੂੰ ਲਾ ਦੇ, ਮੰਗਿਆ ਕੰਮ ਨਹੀਂ ਚੱਲਦਾ। ਲੋਕ ਧਿਕਾਰ ਕਹੇ ਮੰਗਤ ਜਨ, ਮੰਗਤ ਮਾਨ ਨਾ ਪਾਇਆ। ਕਦੇ ਵੀ ਇਸ ਦੁਨੀਆ ਵਿੱਚ ਮੰਗਣ ਵਾਲਿਆਂ ਨੂੰ ਸਤਿਕਾਰ ਨਹੀਂ ਮਿਲਿਆ। ਲੋਕ ਮੰਗਤੇ ਨੂੰ ਲਾਹਨਤਾਂ ਪਾਉਂਦੇ ਨੇ ਕਿ ਚੰਗਾ ਭਲਾ ਹੈ, ਝੋਟੇ ਵਰਗਾ ਹੈ, ਕਰਕੇ ਖਾ। ਮੰਗਣ ਵਾਲੇ ਨੂੰ ਕਦੇ ਮਾਨ ਆਦਰ ਸਤਿਕਾਰ ਨਹੀਂ ਮਿਲਿਆ। ਲੇਕਿਨ ਕਿਰਤ ਕਰਨ ਵਾਲੇ ਇਨਸਾਨ ਨੂੰ ਹਰ ਸਮੇਂ, ਹਰ ਦੇਸ਼ ਵਿੱਚ, ਹਰ ਸਥਾਨ ਵਿੱਚ ਮਾਣ ਆਦਰ ਮਿਲਿਆ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਝੋਲੀ ਜਿਹੜੀ ਬਣਾਈ ਹੈ ਇਹਨੂੰ ਛੱਡ, ਮਿਹਨਤ ਦੀ ਝੋਲੀ ਬਣਾ। ਜਦੋਂ ਮਿਹਨਤ ਕਰੇਗਾ ਤੇ ਬਹੁਤ ਕੁਝ ਪਵੇਗਾ। ਮਿਹਨਤ ਕਰੇਗਾ ਤਾਂ ਤੇਰੀ ਝੋਲੀ ਵਿੱਚ, ਮਿਹਨਤ ਦੀ ਝੋਲੀ ਵਿੱਚ ਬਹੁਤ ਕੁਝ ਪਵੇਗਾ। ਔਰ ਹਕੀਕਤ ਹੈ, ਦੇਖੋ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਣ ਕੇ ਪੱਕੇ ਹੋਏ, ਜਦੋਂ ਤੁਸੀਂ ਆਏ ਕੋਈ 10 ਪਾਉਂਡ, ਕੋਈ 20 ਪਾਉਂਡ ਲੈ ਕੇ ਆਇਆ ਹੋਵੇਗਾ। ਕਈ ਤਾਂ ਕਹਿੰਦੇ ਨੇ ਸਾਡੇ ਕੋਲ 2 ਪਾਉਂਡ ਹੀ ਸਨ, ਯਾਨੀ ਖਾਲੀ ਹੱਥੀ ਆਏ। ਰੋਟੀ ਪਾਣੀ ਵਾਲੇ ਬਰਤਨ ਵੀ ਨਹੀਂ ਸਨ, ਸੌਣ ਵਾਸਤੇ ਕੋਈ ਬਿਸਤਰਾ ਵੀ ਨਹੀਂ ਸੀ। ਇਸ ਕੰਡੀਸ਼ਨ ਵਿੱਚ ਆ ਕੇ ਇੱਥੇ ਤੁਸੀਂ ਆਪਣੇ ਕਾਰੋਬਾਰ ਬਣਾਏ ਨੇ, ਫੈਕਟਰੀਆਂ ਦੇ ਮਾਲਕ ਬਣੇ ਹੋ, ਅੱਜ ਟਰੱਕਾਂ ਦੇ ਮਾਲਕ ਹੋ, ਚੰਗੇ ਚੰਗੇ ਘਰ ਮਕਾਨ ਨੇ। ਉਹ ਐਵੇਂ ਤੇ ਨਾ ਬਣ ਗਏ, ਮਿਹਨਤ ਕੀਤਿਆਂ ਬਣੇ। ਇੰਡੀਆ ਵਿੱਚ ਜਾਂ ਹੋਰ ਕਿਸੇ ਵੀ ਦੇਸ਼ ਵਿੱਚ ਮਿਹਨਤ ਕਰਕੇ ਹੀ ਸਾਰਾ ਕੁਝ ਮਿਲਿਆ। ਇਸ ਲਈ ਗੁਰੂ ਜੀ ਕਹਿੰਦੇ ਨੇ ਮੰਗ ਨਾ, ਝੋਲੀ ਨਾ ਮੈਂ ਪਾ, ਇਸ ਝੋਲੀ ਦਾ ਕੋਈ ਲਾਭ ਨਹੀਂ ਹੈ। ਤੂੰ ਮਿਹਨਤ ਦੀ ਝੋਲੀ ਬਣਾ, ਮਿਹਨਤ ਕਰ, ਕਿਰਤ ਕਰ। ਜਿਵੇਂ ਇਸ ਦਿਨ ਸੱਚੇ ਸੌਦੇ ਵਾਲੀ ਸਾਖੀ ਵਿਚਾਰੀ ਸੀ ਨਾ, ਮਿਹਨਤ ਦਾ ਉਪਦੇਸ਼ ਕੀਤਾ ਹੈ। ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਹੁਣ ਮਿਹਨਤ ਇੱਕ ਤਾਂ ਹੈ ਆਪਣੇ ਕਿਰਤਕਾਰ ਵਾਸਤੇ, ਅਸੀਂ ਸਿਰਫ ਇੱਥੇ ਹੀ ਰੁਕ ਜਾਂਦੇ ਹਾਂ। ਮਿਹਨਤ ਮੁਕੰਮਲ ਜੀਵਨ ਵਿੱਚ ਕਰਨੀ ਹੈ, ਮੁਕੰਮਲ ਸ਼ਖਸੀਅਤ ਨੂੰ ਉੱਚਿਆਂ ਚੁੱਕਣ ਵਿੱਚ ਕਰਨੀ ਹੈ। ਮਿਹਨਤ ਮੁਕੰਮਲ ਸ਼ਖਸੀਅਤ ਨੂੰ, ਜੇ ਅਸੀਂ ਪਿਆਰ ਚਾਹੁੰਦੇ ਹਾਂ, ਸਤਿਕਾਰ ਚਾਹੁੰਦੇ ਹਾਂ, ਤਾਂ ਇਹਦੇ ਵਾਸਤੇ ਮਿਹਨਤ ਤਾਂ ਕਰਨੀ ਪਵੇਗੀ ਨਾ। ਜੇ ਅਸੀਂ ਸਤਿਕਾਰ ਚਾਹੁੰਦੇ ਹਾਂ, ਮੈਨੂੰ ਮਿਹਨਤ ਕਰਨੀ ਪਵੇਗੀ ਕਿ ਮੈਂ ਫੋਨ ਕਰਕੇ ਤੁਹਾਡਾ ਹਾਲ ਚਾਲ ਹੀ ਪੁੱਛਾਂ, ਤੁਹਾਨੂੰ ਫਤਿਹ ਬੁਲਾਵਾਂ, ਤੁਹਾਡਾ ਮਾਣ ਆਦਰ ਕਰਾਂ, ਤੁਹਾਡਾ ਸਹਿਯੋਗ ਕਰਾਂ, ਚਾਪਲੂਸੀ ਨਾਲ ਨਹੀਂ, ਪਿਆਰ ਨਾਲ।
मैं तुहाडा सहयोग करा, जे कोई प्रॉब्लम है मैं तुहाडे नाल होवां, तुसीं मेरे नाल हो, ਅਸੀਂ एक दूजे दे नाल प्यार मुहब्बत करांगे तां सानूं मिलेगा ना। ਤੇ ਜੇ ਅਸੀਂ ਕਹੀਏ ਕਿ ਸਾਨੂੰ ਘਰ ਬੈਠਿਆਂ ਨੂੰ ਮਾਣ ਮਿਲੀ ਜਾਏ, ਸਤਿਕਾਰ ਮਿਲੀ ਜਾਏ, ਐਸਾ ਤਾਂ ਕਦੇ ਹੋਣਾ ਨਹੀਂ, ਨਾ ਕਦੇ ਹੋਇਆ ਹੈ। ਦੂਜੀ ਗੱਲ, ਜੇ ਤੁਸੀਂ ਵਿਦਵਾਨ ਹੋਣਾ ਚਾਹੁੰਦੇ ਹੋ, ਪੜ੍ਹਨਾ ਚਾਹੁੰਦੇ ਹੋ, ਗਿਆਨ ਹਾਸਲ ਕਰਨਾ ਚਾਹੁੰਦੇ ਹੋ, ਤੇ ਜੇ ਕੋਈ ਬੰਦਾ ਕਹੇ ਕਿ ਮੈਂ ਘਰ ਹੀ ਬੈਠਾ ਰਵਾਂ, ਕਿਤਾਬਾਂ ਪਈਆਂ ਹੁਣ ਅਲਮਾਰੀ ਵਿੱਚ, ਤੇ ਮੈਂ ਕੁਰਸੀ ਦੇ ਉੱਤੇ ਬਹਿ ਕੇ ਟੀਵੀ ਦੇਖਾਂ ਸਾਰਾ ਦਿਨ, ਤੇ ਮੈਂ ਡਾਕਟਰ ਬਣ ਜਾਵਾਂ, ਇੰਜੀਨੀਅਰ ਬਣ ਜਾਵਾਂ, ਐਵੇਂ ਹੋ ਸਕਦਾ ਕਦੇ? ਨਾ ਹੀ ਐਵੇਂ ਹੋਇਆ ਹੈ, ਨਾ ਹੋਏਗਾ। ਤਾਂ ਜੇ ਗਿਆਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਨਾ, ਮਿਹਨਤ ਦੀ ਝੋਲੀ ਵਿੱਚ ਪਵੇਗਾ ਸਾਰਾ, ਇਹ ਮੰਗਿਆ ਨਹੀਂ ਮਿਲਣਾ, ਮਿਹਨਤ ਕਰਨੀ ਪਵੇਗੀ। ਜੇ ਪਰਿਵਾਰ ਦੇ ਅੰਦਰ ਕੋਈ ਕਲ ਕਲੇਸ਼ ਹੈ ਔਰ ਅਸੀਂ ਚਾਹੁੰਦੇ ਹਾਂ ਸਾਡਾ ਪਰਿਵਾਰ ਸੁਖੀ ਔਰ ਸ਼ਾਂਤ ਹੋਵੇ, ਸਾਡੇ ਪਰਿਵਾਰ ਦੇ ਅੰਦਰ ਆਨੰਦ ਖੇੜਾ ਹੋਵੇ, ਜਿਵੇਂ ਤੁਸੀਂ ਆ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਹੱਸ ਰਹੇ ਸੀ ਨਾ, ਖੁਸ਼ ਸੀ ਕਿ ਸਾਡਾ ਹਰ ਇੱਕ ਦਾ ਪਰਿਵਾਰ ਐਵੇਂ ਖੁਸ਼ੀਆਂ ਭਰਿਆ ਹੋਵੇ, ਤਾਂ ਅੱਖਾਂ ਬੰਦ ਕਰਕੇ, ਮੱਥੇ ਤੇ ਤਿਊੜੀਆਂ ਪਾ ਕੇ, ਇੱਕ ਦੂਜੇ ਵੱਲ ਮੂੰਹ ਘੁਮਾ ਕੇ ਬੈਠੇ ਰਿਹਾ ਤਾਂ ਨਹੀਂ ਨਾ ਪਰਿਵਾਰ ਵਿੱਚ ਖੁਸ਼ੀ ਹੋਣੀ। ਉਹਦੇ ਵਾਸਤੇ ਮਿਹਨਤ ਕਰਨੀ ਪਵੇਗੀ ਕਿ ਅਸੀਂ ਇੱਕ ਦੂਜੇ ਵਾਸਤੇ ਸਮਰਪਿਤ ਹੋਈਏ, ਅਸੀਂ ਇੱਕ ਦੂਜੇ ਦੇ ਨਾਲ ਮਿੱਠੇ ਬੋਲ ਬੋਲੀਏ, ਅਸੀਂ ਸਾਰੇ ਬੈਠ ਕੇ ਆਪਣਾ ਇੱਕ ਸਾਂਝਾ ਗੋਲ ਬਣਾਈਏ। ਜੇ ਕਿਸੇ ਨੂੰ ਕੋਈ ਇੱਕ ਦੂਜੇ ਤੋਂ ਪ੍ਰੋਬਲਮ ਹੈ, ਉਹਨੂੰ ਬੈਠ ਕੇ ਸੋਲਵ ਕਰੀਏ, ਤਾਂ ਪਰਿਵਾਰ ਵਿੱਚ ਖੁਸ਼ੀ ਆ ਜਾਏਗੀ, ਸ਼ਾਂਤੀ ਆ ਜਾਏਗੀ। ਜੇ ਧਰਮ ਦੀ ਦੁਨੀਆ ਵਿੱਚ ਅਸੀਂ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਫਿਰ ਕਰਮ ਕਾਂਡਾਂ ਨਾਲ ਨਹੀਂ ਨਾ ਕੁਝ ਹੋਣਾ ਵੀ ਅਸੀਂ ਤੀਰਥਾਂ ਤੇ ਨਹਾਈਏ, ਵਿਖਾਵੇ ਦੀ ਪਾਠ ਪੂਜਾ ਕਰ ਲਈਏ, ਸਵੇਰੇ ਉੱਠ ਕੇ ਘੰਟਾ ਸਮਾਧੀ ਲਾ ਲਈ, ਅੱਖਾਂ ਮੀਟ ਕੇ ਬੈਠ ਕੇ, ਐਵੇਂ ਤੇ ਕੁਛ ਨਹੀਂ ਨਾ ਹੋਣਾ। ਜੇ ਐਵੇਂ ਹੁੰਦਾ ਤੇ ਜੋਗੀਆਂ ਸਮਾਧੀਆਂ ਹੀ ਲਾਉਂਦੇ ਸਨ। ਇਹ ਸਾਰੀ ਗੱਲ ਹੀ ਸਮਾਧੀਆਂ ਵਾਲਿਆਂ ਦੀ ਚੱਲ ਰਹੀ ਹੈ, ਐਵੇਂ ਨਹੀਂ ਨਾ ਹੋਣਾ। ਇਸ ਲਈ ਸ਼ਰਮ ਪਤ ਝੋਲੀ ਮਿਹਨਤ ਕਰਨੀ ਪਵੇਗੀ, ਸ਼ਰਮ ਮਿਹਨਤ। ਰਾਜਨੀਤੀ ਵਿੱਚ ਜੇ ਤੁਸੀਂ ਐਮਐਲਏ ਐਮਪੀ ਬਣਨਾ ਚਾਹੁੰਦੇ ਹੋ ਤਾਂ ਘਰ ਬੈਠਿਆਂ ਕਿਸੇ ਨੇ ਨਹੀਂ ਬਣਾਉਣਾ, ਮਿਹਨਤ ਕਰਨੀ ਪਵੇਗੀ। ਆਰਥਿਕ ਦੁਨੀਆ ਵਿੱਚ ਜੇ ਕੋਈ ਅਮੀਰ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਮਿਹਨਤ ਕਰਨੀ ਪਵੇਗੀ। ਜੇ ਸਰੀਰ ਰੋਗੀ ਹੈ ਤਾਂ ਮਿਹਨਤ ਤਾਂ ਕਰਨੀ ਪਵੇਗੀ, ਰੇਸ ਲਗਾਓ ਜਾਂ ਕਸਰਤ ਕਰੋ ਜਾਂ ਮਤਲਬ ਆਪਣਾ ਖਾਣ ਪਾਨ ਬਦਲੋ, ਤਾਂ ਮਿਹਨਤ ਤਾਂ ਕਰਨੀ ਪਵੇਗੀ। ਜਿਵੇਂ ਉਸ ਦਿਨ ਵੀਰ ਜੀ ਆਪਾਂ ਨੂੰ ਸ਼ੂਗਰ ਬਾਰੇ ਇਹਨਾਂ ਨੇ ਕਾਫੀ ਲੰਬਾ ਚੌੜਾ ਲੈਕਚਰ ਦਿੱਤਾ ਸੀ ਕਿ ਜੇ ਅਸੀਂ ਖਾਣ ਪਾਨ ਦੇ ਉੱਤੇ ਕੰਟਰੋਲ ਕਰਾਂਗੇ ਤਾਂ ਸਰੀਰ ਤੰਦਰੁਸਤ, ਯਾਨੀ ਮਿਹਨਤ ਤਾਂ ਕਰਨੀ ਪਵੇਗੀ। ਜੇ ਅਸੀਂ ਆਪਣੀ ਮਾਨਸਿਕਤਾ ਨੂੰ ਮਹਾਨ ਬਣਾਉਣਾ ਚਾਹੁੰਦੇ ਹਾਂ ਕਿ ਸਾਨੂੰ ਮਾਨਸਿਕ ਤੌਰ ਤੇ ਸ਼ਾਂਤੀ ਹੋਏ, ਤਾਂ ਈਰਖਾ ਦਵੇਸ਼ ਨਾਲ ਨਹੀਂ ਹੋਣੀ ਪਾਈ, ਮਿਹਨਤ ਕਰਨੀ ਪਵੇਗੀ। ਅਸੀਂ ਆਪਣੇ ਅੰਦਰ ਪਿਆਰ ਪੈਦਾ ਕਰੀਏ, ਦੂਜੇ ਦੇ ਦੁੱਖ ਦਰਦ ਨੂੰ ਵੰਡਾਈਏ, ਸਰਬੱਤ ਦੇ ਭਲੇ ਵਾਲੀ ਸਾਡੀ ਅੰਦਰ ਸੋਚ ਬਣੇ। ਔਰ ਜੇ ਆਤਮਿਕ ਤੌਰ ਤੇ ਅਸਾਂ ਉન્નਤ ਹੋਣਾ ਹੈ, ਪ੍ਰਭੂ ਦੇ ਅੰਦਰ ਮਿਲਣਾ ਹੈ, ਤਾਂ ਫਿਰ ਸਾਨੂੰ ਆਪਣਾ ਆਪਾ ਗਵਾਉਣਾ ਪਵੇਗਾ, ਸਾਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ। ਆਈਡੈਂਟੀ ਖਤਮ ਕਰਨ ਨੂੰ ਥੋੜਾ ਸਮਝ ਲੈਣਾ, ਜਿਵੇਂ ਮੈਂ ਮਿਸਾਲ ਦਿੱਤੀ ਸੀ ਇੱਕ ਦਿਨ, ਇੱਕ ਗੜਾ ਪਿਆ ਹੈ ਨਾ ਸਮੁੰਦਰ ਦੇ ਕਿਨਾਰੇ, ਦਰਿਆ ਦੇ ਕਿਨਾਰੇ ਗੜਾ, ਉਹਦੀ ਆਈਡੈਂਟੀ ਹੈ ਉਹ ਗੜਾ ਹੈ ਪਾਣੀ, ਲੇਕਿਨ ਮਾਈਨਸ ਟੈਂਪਰੇਚਰ ਹੋਣ ਕਰਕੇ ਉਹ ਗੜਾ ਬਣ ਗਿਆ। ਹੁਣ ਉਹਦੀ ਆਈਡੈਂਟੀ ਕੀ ਬਣ ਗਈ? ਗੜਾ। ਜੇ ਉਹ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋਣਾ ਚਾਹੁੰਦਾ ਹੈ ਤਾਂ ਉਹਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ ਨਾ, ਗਲੇਗਾ, ਗੜਾ ਖਤਮ ਹੋ ਜਾਏਗਾ, ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੋ ਜਾਏਗਾ। ਹੁਣ ਅਸੀਂ ਰੱਬ ਵਿੱਚ ਮਿਲਣਾ ਚਾਹੁੰਦੇ ਹਾਂ ਤੇ ਰੱਬ ਦੀ ਆਈਡੈਂਟੀ ਹੈ ਨਾ ਕੋਈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬ ਦੀ ਆਈਡੈਂਟੀ ਹੈ, ਉਹਦੇ ਗੁਣ ਨੇ। ਹੁਣ ਅਸੀਂ ਆਪਣੇ ਵੱਲ ਵੇਖਣਾ ਵੀ ਸਾਡੀ ਆਈਡੈਂਟੀ ਕੀ ਹੈ। ਤਾਂ ਤੁਸੀਂ ਦੇਖੋਗੇ ਵੀ ਭਾਈ ਮੋਹਰ ਸਿੰਘ ਯਾਰ ਬੜੇ ਗੁੱਸੇ ਵਾਲਾ ਬੰਦਾ ਹੈ, ਇਹਦਾ ਮਤਲਬ ਮੇਰੀ ਆਈਡੈਂਟੀ ਗੁੱਸੇ ਵਾਲੀ। ਫਲਾਂ ਬੰਦਾ ਤੇ ਬੜਾ ਲੋਭੀ ਹੈ, ਉਹਦੀ ਆਈਡੈਂਟੀ ਲੋਭ ਵਾਲੀ। ਤੀਜਾ ਬੰਦਾ ਉਹ ਤੇ ਸ਼ਰਾਬੀ ਹੈ, ਉਹਦੀ ਆਈਡੈਂਟੀ ਸ਼ਰਾਬ ਵਾਲੀ। ਚੌਥਾ ਬੰਦਾ ਬੜਾ ਈਰਖਾਲੂ ਹੈ, ਉਹਦੀ ਆਈਡੈਂਟੀ ਈਰਖਾ ਦੀ। ਫਲਾਂ ਬੰਦਾ ਬੜਾ ਹੰਕਾਰੀ ਹੈ, ਉਹਦੀ ਆਈਡੈਂਟੀ ਹੰਕਾਰ ਵਾਲੀ। ਤਾਂ ਸਾਨੂੰ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ, ਤਾਂ ਅਸੀਂ ਰੱਬ ਦੇ ਵਿੱਚ ਮਿਲਾਂਗੇ ਨਾ। ਇੱਕ ਝੂਠ ਵਾਲੀ ਆਈਡੈਂਟੀ ਹੈ, ਮੈਂ ਸਾਰਾ ਦਿਨ ਝੂਠ ਬੋਲਣਾ, ਤਾਂ ਮੇਰੀ ਪਹਿਚਾਨ ਝੂਠ ਕਰਕੇ ਹੈ। ਪਰ ਰੱਬ ਦੀ ਪਛਾਣ ਕੀ ਹੈ? ਸੱਚ। ਜੇ ਮੈਂ ਸੱਚ ਵਿੱਚ ਮਿਲਣਾ ਚਾਹਨਾ, ਮੇਰੇ ਤੇ ਗੁਰੂ ਗਿਆਨ ਦੀ ਕਿਰਨ ਪਵੇ, ਝੂਠ ਮੇਰਾ ਖਤਮ ਹੋ ਜਾਏ, ਮੈਂ ਰੱਬ ਵਰਗਾ ਹੋ ਜਾਵਾਂਗਾ।
इसे तरह भगत कबीर जी ने सानू समझाया ना, ओरा घर पानी पया जाए मिलियो टलकूट। गुरु जी की पावन बाणी का वचन है ना, सूरज किरण मिले जल का जल हुआ राम। हुण इहदा अर्थ बहुते वीरे करदे ने कि सूरज की किरण सूरज विच मिल जाती है। सूरज की किरण सूरज विच मिली हुई विछड़ी नहीं कदे। सूरज की किरण तो सूरज तो कदे विछड़ी ही नहीं, मिलना उन्हें की पहला ही मिली है। ਇਹਦਾ मीनिंग ये नहीं है, ਇਹਦਾ मीनिंग ये है सूरज किरण मिले ਜਦੋਂ ਗੜੇ ਨੂੰ सूरज की किरण मिलती है, सूरज की किरण ਉਹਦੇ ਤੇ ਪੈਂਦੀ है, ਉਹ ਗਲ ਜਾਂਦਾ है। जल का जल हुआ राम, पानी सी पानी विच मिल जाता है। इसे तरह ਜਦੋਂ ਸਾਡੇ ਹੰਕਾਰ ਦੇ ਉੱਤੇ गुरु ਦੇ ਗਿਆਨ ਦੀ किरण ਪੈਂਦੀ है ਤਾਂ ਸਾਡਾ ਹੰਕਾਰ भी खत्म हो जाता है, ਅਸੀਂ ਰੱਬ ਵਰਗੇ ਹੋ। ਇਸ ਲਈ पहला गुण है संतोख, दूजा गुण है श्रम, मंगना नहीं, है योगी मेहनत कर। जिंदगी की पूरी जिहड़ी शख्सियत है उहदे वास्ते। अगला बचन करते ने, ध्यान की करे है विभूत। हुण विभूति लाई, इत्थे विभूत दे तत्ते नाल सिहारी है, ये फीमेल जेंडर है, मेल अपना स्त्रीलिंग शब्द है विभूति स्वा। जो भी पिंडे ते स्वा मलदे ने, मत्थे ते स्वाह मली है, सिर विच पाई हुई है। हुण स्वाह मलन नाल जे रब मिलदा होवे तां इह तां बिल्कुल सौखा काम है। पाथियां बालो ते स्वाह इकट्ठी करके लेट लो, विच 1 मिनट लगदा है। पशु लेटदे ने, खोते लेटदे ने मिट्टी दे विच, एवें थोड़ी रब मिलदा है। स्वाह मिलण ते मिले ते मैं हुणे जाके स्वाह विच लेटे लावां, पर मिलदा नहीं, शांति नहीं आउंदी, सचियार स्वाह नाल नहीं बनदा। इसलिए गुरु जी कहते हैं, ध्यान की करे है विभूत। ध्यान, ध्यान दी विभूत, स्वाह नूं छड्ड ध्यान लगा। ते इत्थे ध्यान दा मतलब है नहीं कि समाधि ला के बह जाओ, क्योंकि वो तो ध्यानकारी रहे सन, वो तो समाधि लांदे सन। ध्यान लाना कित्थे है? कई लोग पुछदे ने, भाजी सवेरे पाठ करदे आ जां असीं नाम जपदे आ तां ध्यान कित्थे लाइए, ध्यान काहदा करिए, ध्यान काहदा करिए? मैडिटेशन करना है तो मैडिटेशन ध्यान काहदा करिए? हुण ध्यान काहदा करिए जिन्हों ये नहीं पता भी ध्यान करना किहदा है ते वो पहुंचेगा कित्थे? ध्यान करना है, तुहाडा गोल की है, अपने गोल ते ध्यान रखना है। जदों तुसीं कार चलांदे हो तां कार चलांदे समाधि थोड़ा लाई हुंदी है। कार तुसीं अखां खोल के चला रहे हो, बंद अखां नाल चलाओगे नाल ही ठुकेगी किते। तुहाडा ध्यान कित्थे है? तुहाडा ध्यान अपने गोल ते है ना। इत्थों तुसां साउथ हाल जाना है तां ध्यान तुहाडा गोल ते है। तुहानूं लाल बत्ती भी दिसती है, हरी भी दिसती है, किसी नूं क्रॉस करना है तां तुहानूं पता है, गल्लां भी तुसीं करी जा रहे हो, क्लच ब्रेक भी ऐन ठीक टाइम दे नाल लग रहा है, इधर उधर तुसीं वेख भी रहे हो, क्योंकि तुहाडा ध्यान ड्राइविंग विच है। तुहाडा ध्यान इधर उधर नहीं है, गल्लां तुसीं कर रहे हो, लेकिन मेन ध्यान तुहाडा ड्राइविंग विच है। और जा कित्थे रहे हो, ये नहीं कि गल्लां करदे तुसीं भुल जाओ ते साउथ हाल दी बजाए ग्रेवजैंड नूं पा लो। ते जे तुसीं भुल गए, गलती नाल एग्जिट ग्रेवजैंड वाला ले लिया ते साउथ हाल कदे पहुंच नहीं पाओगे। इसलिए ध्यान होना चाहिए साडा गोल की है, गोल दे उत्ते ध्यान लाओ। इसलिए सिख दी समाधि बंद अखां दी नहीं, खुलियां अखां दी है। तुहाडा गोल की है? जदों आम बंदे तो पुछदे हां तां तुहाडा गोल की है, उदों फिर वो थोड़ा जिहा दसदा, गोल मेरा गोल वैसे हाले सोचिया तो नहीं, गोल वैसे वो गोल गोल ही कर दिंदा, गोल ही कर दिंदा ना। हकीकत है साडा फाइनैंशियली गोल भी कोई नहीं भी किन्ना असीं पैसा कमाना है, कित्थे कित्थे असीं खर्च करना है, बिना गोल तो ही है। इसे करके बहुते बंदे फेल हुंदे ने। जो व्यापारी वर्ग उन्होंने अपना बजट वगैरह बनाया हुंदा, फिर इस करके वो कामयाब हो जांदे। ਤਾਂ ਸਾਡਾ ਗੋਲ ਕੀ ਹੈ? ਮੈਂ ਪੂਰੇ ਤੌਰ ਤੇ ਕਹਿ ਦਿਆਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਔਰ ਪਰਿਵਾਰਕ ਤੌਰ ਤੇ ਤੁਹਾਡਾ ਕੀ ਗੋਲ ਹੈ, ਇਹਨੂੰ ਕਹਿੰਦੇ ਨੇ ਗੋਲ। ਹੁਣ ਕਈ ਕਹਿਣਗੇ ਜੀ ਸਾਨੂੰ ਤੇ ਰਾਜਨੀਤੀ ਦੀ ਲੋੜ ਨਹੀਂ। ਠੀਕ ਹੈ, ਤੁਹਾਨੂੰ ਲੋੜ ਨਹੀਂ, ਤੁਸੀਂ MLA MP ਨਹੀਂ ਬਣਨਾ ਚਾਹੁੰਦੇ, नो प्रॉब्लम, ਪਰ ਲੋੜ ਤੁਹਾਨੂੰ ਹੈ। ਜੇ ਗਲਤ ਬੰਦੇ ਨੂੰ ਵੋਟ ਦੇ ਦਿਓਗੇ ਤੇ ਫਿਰ ਕੀ ਹੋਏਗਾ? ਟੈਕਸ ਉਹਨਾਂ ਨੇ ਵਧਾਣੇ ਨੇ,
ਕਾਨੂੰਨ ਉਹਨਾਂ ਨੇ ਬਣਾਉਣੇ ਨੇ। ਜੇ ਗਲਤ ਬੰਦੇ ਰਾਜਨੀਤੀ ਵਿੱਚ ਚਲੇ ਜਾਣਗੇ ਤੇ ਫਿਰ ਕਾਨੂੰਨ ਕੈਸੇ ਹੋਣਗੇ, ਅਸਤ ਵਿਅਸਤ ਹੋ ਜਾਏਗਾ ਨਾ। ਇਸ ਲਈ ਰਾਜਨੀਤੀ ਦਾ ਗੋਲ ਤੁਹਾਡਾ ਹੋਣਾ ਚਾਹੀਦਾ ਕਿ ਇਹੋ ਜਿਹਾ ਅਸੀਂ ਲੀਡਰ ਚੁਣਨਾ, ਹਰ ਇੱਕ ਦਾ ਹੋਣਾ ਚਾਹੀਦਾ। ਦੂਜੀ ਗੱਲ, ਸਮਾਜਿਕ ਤੌਰ ਤੇ ਕੀ ਗੋਲ ਹੈ ਸਾਡਾ, ਜੋ ਸੋਸ਼ਲ ਲਾਈਫ ਹੈ, ਨਾਨਕੇ ਦਾਦਕੇ ਸਹੁਰੇ ਸੱਜਣ ਮਿੱਤਰ, ਉਹਨਾਂ ਦੇ ਨਾਲ ਅਸੀਂ ਕਿਹੋ ਜਿਹਾ ਮਿਲਵਰਤਨ ਰੱਖਣਾ ਹੈ। ਜੇ ਗੋਲ ਨਹੀਂ ਹੋਏਗਾ ਤਾਂ ਫਿਰ ਗੜਬੜ ਹੋਏਗੀ ਨਾ, ਮਿਲਵਰਤਨ ਦੇ ਵਿੱਚ ਰਸ ਨਹੀਂ ਮਿਲੇਗਾ। ਆਰਥਿਕ ਤੌਰ ਤੇ ਸਾਡੀ ਇਨਕਮ ਕਿੰਨੀ ਹੈ, ਅਸੀਂ ਬਜਟ ਕਿੰਨਾ ਬਣਾਉਣਾ ਹੈ, ਕਰਜ਼ੇ ਤੋਂ ਅਸੀਂ ਬਚ ਸਕਦੇ ਹਾਂ, ਇਹ ਗੋਲ ਹੋਣਾ ਚਾਹੀਦਾ ਹੈ। ਧਾਰਮਿਕ ਤੌਰ ਤੇ ਅਸੀਂ ਕੈਸੀ ਜ਼ਿੰਦਗੀ ਜੀਣੀ ਹੈ, ਗੋਲ ਹੋਣਾ ਚਾਹੀਦਾ ਨਾ। ਸਰੀਰਕ ਤੌਰ ਤੇ ਤੁਹਾਡਾ weight ਕਿੰਨਾ ਹੋਵੇ, ਤੁਹਾਡੀਆਂ ਅੱਖਾਂ ਕਿੰਨੀ ਉਮਰ ਤੱਕ ਠੀਕ ਦੇਖ ਸਕਣ, ਜਾਂ ਜਿਵੇਂ ਵੀਰ ਜੀ ਉਦੋਂ ਸ਼ੂਗਰ ਦੀ ਗੱਲ ਕਰਦੇ ਹਨ, ਸ਼ੂਗਰ ਦੀ, ਜਾਂ ਤੁਸੀਂ ਕਿੰਨੀ ਚਿਰ ਤੱਕ ਅਰੋਗ ਰਹਿਣਾ ਚਾਹੁੰਦੇ ਹੋ, ਕੀ ਖਾਣਾ ਪੀਣਾ ਹੈ, ਗੋਲ ਹੋਣਾ ਚਾਹੀਦਾ ਨਾ। ਗੋਲ ਹੈ ਨਹੀਂ, ਖਾਣ ਲੱਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਈ ਗਏ ਤੇ ਜੇ ਛੱਡਿਆ ਤੇ ਛੱਡ ਬੈਠੇ। ਮਾਨਸਿਕ ਤੌਰ ਤੇ ਕੀ ਗੋਲ ਹੈ, ਮੈਂਟੈਲਿਟੀ ਤੁਹਾਡੀ ਕੈਸੀ ਹੋਣੀ ਚਾਹੀਦੀ ਹੈ, ਇਹ ਵੀ ਗੋਲ ਨਹੀਂ। ਬੌਧਿਕ ਤੌਰ ਤੇ ਕਿ ਅਸੀਂ ਗਿਆਨ ਵਿੱਚ ਵਾਧਾ ਕਿਵੇਂ ਕਰਨਾ ਹੈ, ਆਤਮਿਕ ਤੌਰ ਤੇ ਰੱਬ ਦੇ ਮਿਲਣ ਦੀ ਗੱਲ ਕਰੀਏ, ਪਰਿਵਾਰਕ ਤੌਰ ਤੇ, ਵਿਹਾਰਕ ਤੌਰ ਤੇ ਵਿਹਾਰ ਕੈਸਾ ਹੋਵੇ, ਇਹਨੂੰ ਕਹਿੰਦੇ ਨੇ ਗੋਲ। ਧਿਆਨ ਇਹਨਾਂ ਚੀਜ਼ਾਂ ਵਿੱਚ ਲਾਣਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਵਾ ਮਲਨ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ। ਧਿਆਨ ਕਰੋ, ਆਪਣੇ ਧਿਆਨ ਗੋਲ ਦੇ ਉੱਤੇ ਰੱਖੋ ਕਿ ਅਸੀਂ ਸਚਿਆਰ ਹੋ ਕੇ ਜ਼ਿੰਦਗੀ ਜੀਣੀ ਹੈ, ਮਨ ਬਚਨ ਕਰਮ ਕਰਕੇ ਸੱਚੇ ਹੋਣਾ ਹੈ। ਇਹ ਜੇ ਮੇਨ ਗੋਲ ਬਣ ਜਾਏ ਨਾ ਸਾਡਾ ਕਿ ਅਸੀਂ ਸਚਿਆਰ ਹੋਣਾ ਹੈ, ਤਾਂ ਫਿਰ ਹਰ ਥਾਂ ਦੇ ਉੱਤੇ ਹੀ ਤੁਸੀਂ ਸਚਿਆਰ ਹੋ ਕੇ ਵਰਤੋਗੇ, ਸਾਰੀ ਜ਼ਿੰਦਗੀ ਸੌਖੀ ਹੋ ਜਾਏਗੀ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਹਾਰਕ, ਸਾਰੀ ਜ਼ਿੰਦਗੀ ਸੌਖੀ ਹੋ ਜਾਏਗੀ। ਇਸ ਲਈ ਇਹ ਮੇਨ ਗੋਲ ਹੈ ਸਚਿਆਰ ਹੋਣ ਦਾ, ਇਹਦੇ ਵਿੱਚ ਧਿਆਨ ਲਾਣਾ ਹੈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ। ਹੁਣ ਕਈ ਵੀਰ ਪਾਠ ਤੇ ਵਿਸ਼ਰਾਮ ਲਾਉਂਦੇ ਨੇ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਐਵੇਂ ਨਹੀਂ ਪੜਨਾ। ਇਹਦਾ ਵਿਸ਼ਰਾਮ ਹੋਏਗਾ ਇਸ ਪੰਕਤੀ ਦਾ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀ ਜਿਹੜੇ ਨੇ ਉਹ ਆਪਣਾ ਇੱਕ ਗੋਦੜੀ ਪਾਉਂਦੇ ਨੇ, ਚੋਲਾ ਉਹਨਾਂ ਦਾ ਜਿਸ ਵੀ ਟਾਈਪ ਦਾ ਹੈ ਪਹਿਨਾਵਾ। ਤਾਂ ਗੁਰੂ ਜੀ ਕਹਿੰਦੇ ਨੇ ਖਿੰਥਾ ਕਾਲ, ਤੂੰ ਖਿੰਥਾ ਪਾਈ ਫਿਰਦਾ ਹੈ, ਇਸ ਖਿੰਥਾ ਦੇ ਨਾਲ ਕੁਝ ਹੋਣ ਵਾਲਾ ਨਹੀਂ ਹੈ। ਕਾਲ ਦਾ ਮਤਲਬ ਸਮਾਂ, ਮੌਤ। ਮੌਤ ਨੂੰ ਚੇਤੇ ਰੱਖ ਕਿ ਇੱਕ ਦਿਨ ਇਸ ਸੰਸਾਰ ਨੂੰ ਛੱਡ ਜਾਣਾ ਹੈ, ਪਹਿਲੀ ਗੱਲ ਇਹ। ਤੇ ਦੂਜਾ, ਕਾਲ ਦਾ ਮਤਲਬ ਸਮੇਂ ਦੀ ਸਹੀ ਵਰਤੋਂ ਕਰ। ਜਿਹੜਾ ਸਮਾਂ ਹੈ ਇਹਦੀ ਸਹੀ ਵਰਤੋਂ ਕਰ। ਸਮਾਂ ਜੇਕਰ ਲੰਘ ਗਿਆ ਫਿਰ ਉਹਨੇ ਹੱਥ ਨਹੀਂ ਆਉਣਾ। ਜੋ ਸਮੇਂ ਦੀ ਸਮੇਂ ਨਾਲ ਕਦਰ ਨਹੀਂ ਕਰਦੇ, ਸਮਾਂ ਪਾ ਕੇ ਉਹਨਾਂ ਨੂੰ ਸਦਾ ਵਾਸਤੇ ਖਤਮ ਕਰ ਦਿੰਦੇ। ਜੋ ਸਮੇਂ ਦੀ ਕਦਰ ਨਹੀਂ ਨਾ ਕਰਦੇ, ਸਮਾਂ ਫਿਰ ਉਹਨਾਂ ਦੀ ਬੇਕਦਰੀ ਕਰਦਾ ਹੈ। ਜੋ ਸਮੇਂ ਨੂੰ ਨਹੀਂ ਵਰਤਦੇ, ਸਮਾਂ ਫਿਰ ਉਹਨਾਂ ਨੂੰ ਵਰਤਦਾ ਹੈ। ਇਸ ਲਈ ਸਮੇਂ ਨੂੰ ਵਰਤੋ। ਆਪਣਾ ਟਾਈਮ ਮੈਨੇਜਮੈਂਟ, ਕਿ ਸਵੇਰੇ ਮੈਂ ਕਿੰਨੇ ਵਜੇ ਉੱਠਣਾ ਹੈ, ਉੱਠਣ ਤੋਂ ਬਾਅਦ ਮੇਰੀ ਸਾਰੀ ਦਿਨਚਰਿਆ ਕੀ ਹੈ, ਕਿੰਨੇ ਵਜੇ ਭੋਜਨ ਕਰਨਾ ਹੈ, ਸੌਣਾ ਹੈ ਜਾਂ ਰੋਟੀ ਪਾਣੀ ਖਾਣਾ ਹੈ, ਇਹਨਾਂ ਚੀਜ਼ਾਂ ਨੂੰ ਪ੍ਰਯੋਗ ਵਿੱਚ ਲਿਆਓ। ਸਮੇਂ ਦੀ ਵਰਤੋਂ, ਕਿੰਨੇ ਵਜੇ ਸੌਣਾ ਹੈ, ਕੱਲ ਨੂੰ ਮੈਂ ਕੀ ਕਰਨਾ ਹੈ। ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਕੱਲ ਮੈਂ ਕੀ ਕਰਨਾ ਹੈ, ਉਹ ਬੰਦਾ ਕਦੇ ਕਾਮਯਾਬ ਨਹੀਂ ਹੋਏਗਾ। ਸਾਰਾ ਸਮਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਸਮਾਂ ਸਭ ਤੋਂ ਕੀਮਤੀ ਹੈ। ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਕਿ ਜੋ ਬੱਚੇ ਨੇ ਸਕੂਲ ਵਿੱਚ ਕਿਉਂ ਪੜ ਜਾਂਦੇ ਨੇ, ਕਿਉਂਕਿ ਉਹ ਟਾਈਮ ਮੈਨੇਜ ਕੀਤਾ ਹੁੰਦਾ ਉਹਨਾਂ ਦਾ ਕਿ ਇੰਨੇ ਵਜੇ ਸਕੂਲ ਜਾਣਾ ਹੈ, ਇਸ ਟਾਈਮ ਇਹ ਪੀਰੀਅਡ ਹੈ, ਇਹ ਪੀਰੀਅਡ ਹੈ, ਦੂਜਾ ਹੈ, ਤੀਜਾ ਹੈ। ਇਸ ਕਰਕੇ ਉਹ ਬੱਚੇ ਪੜ ਜਾਂਦੇ ਨੇ। ਤੇ ਜਦੋਂ ਸਕੂਲ ਚੋਂ ਅਸੀਂ ਬਾਹਰ ਆਉਂਦੇ ਹਾਂ, ਫਿਰ ਸਾਡੇ ਟਾਈਮ ਦਾ ਕੋਈ ਪਾਬੰਦੀ ਨਹੀਂ ਹੁੰਦੀ। ਸੁੱਤੇ ਹਾਂ ਤੇ ਸਵੇਰੇ 12 ਵਜੇ ਤੱਕ ਸੁੱਤੇ ਹਾਂ, ਰਾਤ ਨੂੰ ਜਾਗ ਰਹੇ ਹਾਂ ਤੇ 1 ਵਜੇ ਤੱਕ ਜਾਗੀ ਜਾ। ਚਲ ਬਹਿ ਜਾ ਯਾਰ, ਕਰ ਲਾਂਗੇ ਘੜੀ। ਕੋਈ ਅਗਲਾ ਵੀ ਕੰਮ ਤੇ ਜਾ ਰਿਹਾ ਹੋਵੇ, ਉਹਨੂੰ ਅਸੀਂ ਪਾ ਲੈਂਦੇ ਹਾਂ। ਇਹਨਾਂ ਦੇਸ਼ਾਂ ਦੇ ਲੋਕ ਕਾਮਯਾਬ ਕਿਉਂ ਨੇ? ਅਸੀਂ ਇਹਨਾਂ ਦੇਸ਼ਾਂ ਵਿੱਚ ਆਣ ਕੇ ਕਾਮਯਾਬ ਕਿਉਂ ਹੋ ਗਏ? ਉਹਦਾ ਰੀਜ਼ਨ ਹੈ ਕਿ ਸਮੇਂ ਦੀ ਵਰਤੋਂ ਸਹੀ ਕੀਤੀ ਹੈ। ਇੱਥੇ ਲੋਕ ਟਾਈਮ ਦੇ ਪਾਬੰਦ ਨੇ। ਸਾਡੇ ਇੱਥੇ ਵੀ ਅਸੀਂ ਗੜਬੜ ਕਰਦੇ ਹਾਂ। ਬਰਾਤ ਆਉਣੀ ਹੁੰਦੀ ਹੈ ਸਵੇਰੇ, ਗ੍ਰੰਥੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ ਕਹਿ ਦਿੱਤਾ ਵੀ 10 ਵਜੇ ਬਰਾਤ ਆ ਜਾਣੀ।
10 ਵਜੇ ਆਣ ਕੇ ਲੋਕ ਖਲੋ ਜਾਂਦੇ ਨੇ, ਬਰਾਤ ਆ ਰਹੀ ਹੈ 2:30 ਵਜੇ, ਤੇ 2:30 ਵਜੇ ਵੀ ਆਣ ਕੇ ਕੋਈ ਪਰਵਾਹ ਨਹੀਂ, ਨੱਚ ਰਹੇ ਨੇ। ਯਾਨੀ ਟਾਈਮ ਦੀ ਕੋਈ ਪਾਬੰਦੀ ਨਹੀਂ ਹੈ। ਜੇ ਧਾਰਮਿਕ ਦੁਨੀਆ ਦੇ ਵਿੱਚ ਪ੍ਰੋਗਰਾਮ ਹੁੰਦੇ ਨੇ ਨਾ, ਕਿ ਫਲਾਣੇ ਦਿਨ ਨੂੰ ਇਹ ਪ੍ਰੋਗਰਾਮ ਹੋਏਗਾ, ਇਹ ਨਹੀਂ ਉਲੀਕਿਆ ਜਾਂਦਾ ਕਿ ਕਿੰਨੇ ਟਾਈਮ ਤੋਂ ਕਿੰਨੇ ਤੱਕ ਹੋਏਗਾ। ਲੋਕ ਸਮੇਂ ਨੂੰ ਸਦੀਆਂ ਵਿੱਚ ਨਾਪਦੇ ਨੇ, ਸਾਲਾਂ ਵਿੱਚ ਨਾਪਦੇ ਨੇ। ਇੱਕ ਇੱਕ ਸੈਕਿੰਡ ਕੀਮਤੀ ਹੈ ਤੁਹਾਡੀ ਜ਼ਿੰਦਗੀ ਦਾ, ਇੱਕ ਇੱਕ ਮਿੰਟ ਕੀਮਤੀ ਹੈ, ਉਹਦੀ ਸਹੀ ਵਰਤੋਂ ਕਰੋ। ਜਿਹੜਾ ਸਮੇਂ ਦੀ ਸਹੀ ਵਰਤੋਂ ਨਹੀਂ ਕਰੇਗਾ ਫੇਲ ਹੋ ਜਾਏਗਾ। ਔਰ ਸਮੇਂ ਦੀ ਵਰਤੋਂ ਕਿਵੇਂ ਕਰਨੀ ਹੈ, ਜਿਵੇਂ ਮੈਂ ਬੇਨਤੀ ਕਰ ਰਿਹਾ, ਸਚਿਆਰ ਹੋਣ ਲਈ ਹਰ ਸਮੇਂ ਸਚਿਆਰ ਦਾ ਸਿਧਾਂਤ ਸਾਡੇ ਸਾਹਮਣੇ ਹੋਣਾ ਚਾਹੀਦਾ ਹੈ। ਗੁਰੂ ਜੀ ਦਾ ਪਾਵਨ ਬਚਨ ਹੈ ਨਾ ਕਿ ਜਦੋਂ ਮੈਂ ਇੱਕ ਘੜੀ ਨਾ ਮਿਲਤੇ ਤਾਂ ਕੀ ਹੋ ਜਾਂਦਾ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦੋਂ ਮੈਂ ਇੱਕ ਘੜੀ ਤੇਰੇ ਨਾਲ ਨਹੀਂ ਮਿਲਦਾ, ਇੱਕ ਪਲ ਸੱਚ ਨਾਲ ਜਦੋਂ ਅਸੀਂ ਟੁੱਟਦੇ ਹਾਂ, ਉਦੋਂ ਕੀ ਹੁੰਦਾ, ਕਲਯੁਗ। ਬਾਹਰ ਨਹੀਂ ਕਲਯੁਗ ਹੁੰਦਾ, ਸਾਡੇ ਅੰਦਰ ਸਾਡੀ ਸੋਚ। ਜਿਸ ਪਲ ਅਸੀਂ ਸੱਚ ਨਾਲੋਂ ਟੁੱਟੇ ਹੁੰਦੇ ਹਾਂ, ਜੋ ਸਾਡੀ ਮਾਨਸਿਕਤਾ ਦਾ ਜਿਹੜਾ ਹੁੰਦਾ ਨਾ, ਜਿਸ ਟਾਈਪ ਦੀ ਮਾਨਸਿਕਤਾ ਹੁੰਦੀ ਹੈ, ਉਹਨੂੰ ਕਲਯੁਗ ਕਹਿੰਦੇ। ਜੋ ਸਾਡੀ ਮਾਨਸਿਕਤਾ ਵਿੱਚ ਸੱਚ ਨਾਲੋਂ ਟੁੱਟ ਕੇ ਚੱਲ ਰਿਹਾ ਹੁੰਦਾ, ਉਹ ਕਲਯੁਗ ਹੈ। ਤੇ ਕਲਯੁਗ ਦੇ ਅੰਦਰ ਵਾਪਰ ਰਿਹਾ ਹਰ ਪਲ। ਇਸ ਲਈ ਹਰ ਪਲ ਸੱਚ ਦੇ ਨਾਲ ਜੁੜ ਕੇ ਰਹਿਣਾ। ਇਹਨੂੰ ਕਹਿੰਦੇ ਨੇ ਖਿੰਥਾ ਕਾਲ, ਸਮੇਂ ਨੂੰ ਸੰਭਾਲ। ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ। ਪਾਛੇ ਕਛੂ ਨਾ ਹੋਏਗੋ ਜੋ ਸਿਰ ਪਰ ਆਵੇ ਕਾਲ। ਹੁਣ ਤੁਸੀਂ ਦਫ਼ਤਰ ਵਿੱਚ ਹੋ, ਤੁਹਾਡੇ ਬੌਸ ਨੇ ਤੁਹਾਨੂੰ ਦਿੱਤੀ ਕਿ ਫਾਈਲ ਪੂਰੀ ਕਰਨੀ ਹੈ, ਤੇ ਤੁਸੀਂ ਕਿਹਾ ਵੀ ਚਲ ਚਾਹ ਪੀ ਲੈਣਾ, ਥੋੜੀ ਦੇਰ ਠਹਿਰ ਕੇ ਫਾਈਲ ਪੂਰੀ ਕਰ ਲਾਂਗੇ। ਤੁਸੀਂ ਉਹਨੂੰ ਰੋਕ ਦਿੱਤਾ ਟਾਈਮ। ਇੱਕ ਫਾਈਲ ਹੋਰ ਆ ਗਈ, ਤੁਸੀਂ ਕਿਹਾ ਚਲੋ ਪਹਿਲੀ ਕੱਲ ਨੂੰ ਕਰ ਲਾਂਗੇ। ਇੱਕ ਫਾਈਲ ਹੁਣ ਕਿੰਨੀਆਂ ਹੋ ਗਈਆਂ, 3 ਹੋ ਗਈਆਂ, ਤੇ ਅਗਲੇ ਦਿਨ ਤੁਸੀਂ ਚੌਥੀ ਵੀ 3 ਹੋਰ ਆਉਣੀ ਨੇ, ਕਿਵੇਂ ਕਰੋਗੇ? ਇਸ ਕਰਕੇ ਟਾਈਮ ਦੇ ਨਾਲ ਜਿਹੜੇ ਲੋਕ ਆਪਣੇ ਦਫ਼ਤਰ ਵਿੱਚ ਕੰਮ ਮੁਕਾਈ ਜਾਂਦੇ ਨੇ ਨਾ, ਉਹਨਾਂ ਨੂੰ ਫਾਈਲਾਂ ਚੁੱਕ ਕੇ ਘਰ ਨਹੀਂ ਲਿਆਉਣੀਆਂ ਪੈਂਦੀਆਂ, ਫਿਰ ਉਹ ਘਰ ਆਰਾਮ ਦੇ ਨਾਲ ਜ਼ਿੰਦਗੀ ਗੁਜ਼ਾਰਦੇ ਨੇ। ਬਹੁਤੇ ਲੋਕ ਫਾਈਲਾਂ ਘਰ ਚੁੱਕੀ, ਘਰ ਵੀ ਦਫ਼ਤਰ ਹੀ ਬਣਿਆ, ਫਿਰ ਉੱਥੇ ਪੁੱਟੇ। ਸਵੇਰੇ ਟਾਈਮ ਨਾਲ ਉੱਠੋਗੇ, ਟਾਈਮ ਨਾਲ ਇਸ਼ਨਾਨ ਪਾਨ ਕਰੋਗੇ, ਟਾਈਮ ਨਾਲ ਨਾਸ਼ਤਾ ਕਰੋਗੇ, 2 ਮਿੰਟ ਬੱਚਿਆਂ ਦੇ ਨਾਲ ਬਿਤਾਓਗੇ, 10 ਮਿੰਟ ਪਹਿਲਾਂ ਚੱਲ ਪੋਗੇ, ਦਫ਼ਤਰ ਠੀਕ ਪਹੁੰਚ ਜਾਓਗੇ। ਲੇਟ ਉੱਠੋਗੇ, ਲੇਟ ਤੁਸੀਂ ਉੱਠੇ ਤੇ ਸਾਰੇ ਘਰ ਨੂੰ ਸਿਆਪਾ ਪਾ ਦਿਓਗੇ, ਬਾਥਰੂਮ ਵਿੱਚ ਭੱਜ ਕੇ ਜਾਓਗੇ, ਘਰ ਵਾਲੇ ਨੂੰ ਗਲਤ ਬੋਲੋਗੇ, ਮੇਰਾ ਟਿਫਨ ਕਿੱਧਰ ਰਹਿ ਗਿਆ, ਪੈਨ ਕਿੱਧਰ ਰਹਿ ਗਿਆ। ਤੁਸੀਂ ਸਟ੍ਰੈਸ ਦੇ ਅੰਦਰ ਮੋਟਰਸਾਈਕਲ ਕਾਰ ਚਲਾਓਗੇ, ਰਾਹ 'ਚ ਐਕਸੀਡੈਂਟ ਕਰ ਪੋਗੇ। ਇਸ ਲਈ ਟਾਈਮ ਨੂੰ ਯੂਜ਼ ਕਰਨਾ ਹੈ ਹਰ ਪਲ। ਖਿੰਥਾ ਕਾਲ, ਕੁਆਰੀ ਕਾਇਆ ਜੁਗਤ। ਹੁਣ ਜੋਗ ਦੀ ਜੁਗਤੀ ਕੀ ਹੈ? ਰੱਬ ਦੇ ਨਾਲ ਜੁਗਤੀ, ਸਚਿਆਰ ਹੋਣ ਦੀ ਜੁਗਤੀ। ਜੋਗੀ ਜੁਗਤੀਆਂ ਸਿਖਾਉਂਦੇ ਨੇ ਨਾ, ਧਿਆਨ ਲਾਉਣ ਦੀਆਂ। ਸਾਡੇ ਬਾਬੇ ਵੀ ਸਿਖਾ ਰਹੇ ਨੇ ਵੀ ਅਸੀਂ ਤੁਹਾਨੂੰ 10ਮ ਦੁਆਰ ਵਿੱਚ ਪ੍ਰਾਣ ਚੜਾਉਣ ਦੀ ਜੁਗਤੀ ਸਿਖਾਵਾਂਗੇ। ਕੁਆਰੀ ਕਾਇਆ, ਇਸ ਕਾਇਆ ਨੂੰ ਕੁਆਰਿਆਂ ਰੱਖੋ, ਬਿਲਕੁਲ। ਕੁਆਰਿਆਂ ਦਾ ਮਤਲਬ ਵਿਕਾਰਾਂ ਤੋਂ ਰਹਿਤ, ਵਿਕਾਰ ਨਾ ਹੋਣ। ਅੱਖਾਂ ਦੇ ਨਾਲ ਪਰ ਤਨ ਰੂਪ ਨੂੰ ਗਲਤ ਨਜ਼ਰਾਂ ਦੇ ਨਾਲ ਨਾ ਤੱਕੋ। ਕੰਨਾਂ ਨੂੰ ਬਿਲਕੁਲ ਝੂਠ ਨਾ ਸੁਣਨ ਦਿਓ। ਕੰਨੀ ਬੁੱਝੇ ਦੇ ਰਹਾ ਕਿੱਤੀ ਵੱਗੇ ਪਾਉਣ। ਨੈਗੇਟਿਵ ਵਿਚਾਰ ਤੁਹਾਡੇ ਕੰਨਾਂ ਵਿੱਚ ਨਹੀਂ ਪੈਣਾ ਚਾਹੀਦਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਇਹ ਨਹੀਂ ਹੋ ਸਕਦਾ। ਇਹ ਕੰਨਾਂ ਵਿੱਚ ਹੀ ਨਾ ਪਾਓ, ਆਪਣਿਆਂ ਵਿੱਚ, ਕਿਸੇ ਦੇ ਕੰਨਾਂ ਵਿੱਚ ਵੀ ਨਾ ਪਾਓ। ਕਿਸੇ ਦੀ ਚੁਗਲੀ, ਨਿੰਦਾ, ਬਦਖੋਈ, ਝੂਠੀ ਨਾ ਸੁਣੋ। ਜ਼ਬਾਨ ਦੇ ਨਾਲ ਕਦੇ ਇਹ ਨਾ ਬੋਲੋ ਕਿ ਮੇਰੇ ਤੋਂ ਇਹ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ, ਜਾਂ ਕੁਛ ਵੀ। ਜ਼ਬਾਨ ਦੇ ਨਾਲ ਸੱਚ ਬੋਲੋ, ਪਿਆਰ ਵਾਲੇ ਬੋਲ ਬੋਲੋ। ਹੱਥਾਂ ਦੇ ਨਾਲ ਬੇਗਾਨੇ ਹੱਕ ਨਾ ਖਾਓ, ਮਾੜੇ ਕਰਮ ਨਾ ਕਰੋ। ਇਹਨਾਂ ਹੱਥਾਂ ਨਾਲ ਸ਼ਰਾਬ ਫੜ ਕੇ ਆਪਣੇ ਅੰਦਰ ਨਾ ਸੁੱਟੋ, ਆਪਣੇ ਤਨ ਨੂੰ ਖਰਾਬ ਨਾ ਕਰੋ। ਪੈਰਾਂ ਦੇ ਨਾਲ ਚੱਲ ਕੇ ਜੂਇਆਂ ਵਾਲੇ ਪਾਸੇ ਤੇ ਵਿਚਾਰ ਵਾਲੇ ਪਾਸੇ ਨਾ ਜਾਓ, ਮਾੜੇ ਪਾਸੇ ਨਾ ਜਾਓ। ਚਰਨ ਚਲੋ ਮਾਰਗ ਗੋਬਿੰਦ। ਮਨ ਦੇ ਨਾਲ ਬੁਰਾ ਨਾ ਸੋਚੋ, ਨੈਗੇਟਿਵ ਨਾ ਸੋਚੋ, ਨਕਾਰਾਤਮਕ ਨਾ ਸੋਚੋ। ਇਹਨੂੰ ਕਹਿੰਦੇ ਨੇ ਕੁਆਰੀ ਕਾਇਆ ਜੁਗਤ। ਇਹ ਹੈ ਜੁਗਤੀ, ਇਹਦਾ ਵਿਸ਼ਰਾਮ ਆਏਗਾ ਖਿੰਥਾ ਕਾਲ, ਕੁਆਰੀ ਕਾਇਆ ਜੁਗਤ। ਇਸ ਕਾਇਆ ਨੂੰ ਕੁਆਰੀ ਰੱਖੋ, ਇਸ ਕਾਇਆ ਨੂੰ ਵਿਕਾਰਾਂ ਤੋਂ ਬਚਾਓ, ਆਪਣੇ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਰੱਖੋ। ਇਹ ਹੈ ਜੁਗਤੀ ਜੀਵਨ ਜੀਣ ਦੀ। ਜਿਵੇਂ ਅਸੀਂ 6 ਗੱਲਾਂ ਆਪ ਦੇ ਨਾਲ ਸਾਂਝੀਆਂ ਬਾਰ-ਬਾਰ ਕੀਤੀਆਂ ਨੇ ਕਿ 6 ਕੰਮ ਜੇ ਕਰ ਲਏ ਜਾਣ ਨਾ ਗੁਰਬਾਣੀ ਅਨੁਸਾਰ, ਬੰਦਾ ਰੱਬ ਵਰਗਾ ਹੋ ਜਾਏਗਾ।
ਅੱਖਾਂ ਦੇ ਨਾਲ ਪਰ ਤੇਰੇ ਪਰ ਤਨ ਰੂਪ ਨੂੰ ਨਾ ਤੱਕਣਾ, ਹਰ ਇੱਕ ਨੂੰ ਧੀ ਭੈਣ ਆਪਣੀ ਜਾਣਨਾ, ਕੰਨਾਂ ਨਾਲ ਸੱਚ ਸੁਣਨਾ, ਜ਼ਬਾਨ ਨਾਲ ਸੱਚੇ ਪਿਆਰੇ ਬੋਲ ਬੋਲਣੇ, ਹੱਥਾਂ ਦੇ ਨਾਲ ਦਸਾਂ ਨਵਾਂ ਦੀ ਕਿਰਤ ਕਰਨੀ, ਔਰ ਕਿਸੇ ਦੀ ਹੈਲਪ ਕਰ ਦੇਣੀ ਜਿੰਨੀ ਹੋ ਸਕਦੀ ਹੈ, ਤੇ ਨਹੀਂ ਹੋ ਸਕਦੀ ਤਾਂ ਨਾ ਸਹੀ। ਪੈਰਾਂ ਦੇ ਨਾਲ ਸਿੱਧੇ ਰਾਹਾਂ ਤੇ ਤੁਰਨਾ, ਮਨ ਕਰਕੇ ਸੱਚ ਸੋਚਣਾ। ਇਹ 6 ਗੱਲਾਂ ਸਾਨੂੰ ਗੁਰਬਾਣੀ ਦੇ ਅੰਦਰ ਬਾਰ-ਬਾਰ ਦੱਸੀਆਂ ਜਾ ਰਹੀਆਂ ਨੇ, ਔਰ ਇਹ ਅਸੀਂ ਪਰਸਨਲੀ ਤੌਰ ਤੇ ਕਰਨੀਆਂ ਨੇ। ਹਰ ਇਨਸਾਨ ਨੇ, ਮੈਂ ਵੀ ਤੁਸੀਂ, ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਜੋਗੀਆਂ ਨੇ ਹੱਥ ਵਿੱਚ ਡੰਡਾ ਫੜਿਆ ਹੈ, ਜੰਗਲਾਂ ਵਿੱਚ ਵਿਚਰਨਾ ਹੈ, ਕੋਈ ਜੰਗਲੀ ਜਾਨਵਰ, ਕੋਈ ਸੱਪ ਬਿੱਛੂ ਆ ਸਕਦਾ ਹੈ। ਪਿੰਡਾਂ ਵਿੱਚ ਮੰਗਣ ਜਾਣਾ ਹੈ, ਕੋਈ ਨਾ ਕੋਈ ਕੁੱਤਾ ਪਏਗਾ, ਰੱਖਿਆ ਵਾਸਤੇ ਕੋਈ ਹੋਰ ਵਿਰੋਧੀ ਆ ਸਕਦਾ ਹੈ, ਯਾਨੀ ਡੰਡਾ ਹੱਥ ਵਿੱਚ ਰੱਖਿਆ ਹੋਇਆ ਹੈ। ਹੁਣ ਡੰਡੇ ਫੜਨ ਦੀ ਜ਼ਰੂਰਤ ਕਿਉਂ ਪੈ ਗਈ? ਕਿਉਂਕਿ ਜੰਗਲਾਂ ਵਿੱਚ ਵਿਚਰਨਾ, ਕੋਈ ਫਲ ਫੁੱਲ ਤੋੜ ਕੇ ਖਾ ਲਾਂਗੇ, ਜਾਂ ਕਿਸੇ ਜੰਗਲੀ ਜਾਨਵਰ ਤੋਂ ਰੱਖਿਆ। ਮੰਗਣ ਜਾਣਾ ਹੈ ਤਾਂ ਪਿੰਡਾਂ ਦੇ ਅੰਦਰ ਕੋਈ ਕੁੱਤਾ ਪੈ ਸਕਦਾ ਹੈ। ਗੁਰੂ ਜੀ ਕਹਿੰਦੇ ਨੇ ਡੰਡੇ ਫੜਨ ਨਾਲ ਰੱਬ ਥੋੜਾ ਮਿਲਦਾ। ਜੇ ਤੇ ਡੰਡਿਆਂ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਤੇ ਵੇਖਦੇ ਹਾਂ ਨਾ, ਅਸੀਂ ਸਾਰੇ ਪਾਸੇ ਡੰਡੇ ਤੇ ਚੱਲ ਹੀ ਰਹੇ ਨੇ, ਘਰਾਂ 'ਚ ਵੀ ਚੱਲ ਰਹੇ ਨੇ, ਸਮਾਜ ਵਿੱਚ ਵੀ ਚੱਲ ਰਹੇ ਨੇ। ਮੈਂ ਤੁਹਾਨੂੰ ਇੱਕ ਦਿਨ ਗੱਲ ਸੁਣਾਈ ਸੀ ਨਾ, 15-20 ਬੰਦੇ ਜਾ ਰਹੇ ਸੀ, ਸਾਡੇ ਕਰਨਾਲ ਦੀ ਗੱਲ ਹੈ, ਨੀਲੋ ਖੇੜੀ, ਡਾਂਗਾਂ ਚੁੱਕੀਆਂ। ਮੈਂ ਕਿਹਾ ਸੱਜਣੋ ਕਿੱਧਰ ਚੱਲੇ ਹੋ? ਕਹਿਣ ਲੱਗੇ ਗੁਰਦੁਆਰੇ ਸਾਹਿਬ। ਮੈਂ ਕਿਹਾ ਕੋਈ ਗੱਤਕੇ ਦਾ ਪ੍ਰੋਗਰਾਮ ਹੈ? ਗੁਰਪੁਰਬ ਤਾਂ ਕੋਈ ਹੈ ਨਹੀਂ, ਕੋਈ ਗੱਤਕੇ ਦਾ ਪ੍ਰੋਗਰਾਮ ਹੈ? ਕਹਿਣ ਲੱਗੇ ਨਹੀਂ। ਮੈਂ ਕਿਹਾ ਡਾਂਗਾਂ ਕਿਉਂ ਚੁੱਕੀਆਂ ਨੇ? ਕਹਿਣ ਲੱਗੇ ਅੱਜ ਉੱਥੇ ਪ੍ਰਧਾਨ ਬਣਾਉਣਾ ਹੈ, ਤੇ 6 ਮਹੀਨੇ ਬਾਅਦ ਫਿਰ ਡਾਂਗਾਂ ਚੁੱਕੀ ਜਾਣ। ਮੈਂ ਕਿਹਾ ਵੀ ਸੱਜਣੋ ਅੱਜ ਕਹਿਣ ਲੱਗੇ ਅੱਜ ਪ੍ਰਧਾਨ ਹਟਾਉਣਾ ਹੈ। ਇਹੀ ਕਰ ਰਹੇ ਹਾਂ ਨਾ ਅਸੀਂ, ਡੰਡੇ ਤੇ ਚੱਲ ਰਹੇ ਨੇ, ਘਰਾਂ 'ਚ ਚੱਲ ਰਹੇ ਨੇ, ਘਰ ਵਾਲੀਆਂ ਵੇਲਣੇ ਚਲਾ ਰਹੀਆਂ ਨੇ, ਘਰ ਵਾਲੇ ਡੰਡੇ ਚਲਾ ਰਹੇ, ਭਰਾ ਭਰਾਵਾਂ ਤੇ ਚਲਾ ਰਹੇ ਨੇ, ਇੱਕ ਦੇਸ਼ ਦੂਜੇ ਦੇਸ਼ ਤੇ ਚਲਾ ਰਿਹਾ ਹੈ। ਡੰਡੇ ਤੇ ਚੱਲ ਹੀ ਰਹੇ ਨੇ। ਡੰਡਿਆਂ ਨਾਲ ਰੱਬ ਥੋੜਾ ਮਿਲਦਾ। ਡੰਡੇ ਤੇ ਅਸੀਂ ਛਡਾਣੇ ਨਾ ਸਕੋ। ਡੰਡੇ ਦੀ ਲੋੜ ਕੁੱਤਿਆਂ ਬਿੱਲਿਆਂ ਵਾਸਤੇ ਹੈ, ਤੇ ਜਦੋਂ ਮੰਗਣ ਹੀ ਨਹੀਂ ਜਾਣਾ ਤੇ ਕੁੱਤਿਆਂ ਬਿੱਲਿਆਂ ਵਾਸਤੇ ਡੰਡੇ ਦੀ ਲੋੜ ਨਹੀਂ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਡੰਡਾ ਪ੍ਰਤੀਤ। ਪ੍ਰਤੀਤ ਦਾ ਮਤਲਬ ਵਿਸ਼ਵਾਸ, ਤੇਰੀ ਜ਼ਿੰਦਗੀ ਵਿੱਚ ਵਿਸ਼ਵਾਸ ਹੋਵੇ। ਜਿਵੇਂ ਕੁੱਤਾ ਬਿੱਲਾ ਡੰਡੇ ਦੇ ਨੇੜੇ ਨਹੀਂ ਨਾ ਹੁੰਦਾ, ਤੇਰੀ ਜ਼ਿੰਦਗੀ ਵਿੱਚ ਗੁਰੂ ਤੇ ਵਿਸ਼ਵਾਸ ਹੋਵੇ, ਗੁਰੂ ਦੇ ਗਿਆਨ ਤੇ ਵਿਸ਼ਵਾਸ ਹੋਵੇ, ਆਤਮ ਬਲ ਹੋਵੇ ਤੇਰੇ ਅੰਦਰ, ਸੈਲਫ ਕੌਨਫੀਡੈਂਸ ਹੋਵੇ। ਜਦੋਂ ਤੇਰੇ ਅੰਦਰ ਸੈਲਫ ਕੌਨਫੀਡੈਂਸ ਹੋਏਗਾ ਸਚਿਆਰ ਹੋਣ ਦਾ, ਤਾਂ ਤੇਰੇ ਨਜ਼ਦੀਕ ਕੋਈ ਕੁੱਤਾ ਬਿੱਲੀ ਨਹੀਂ ਆਏਗਾ। ਉਹ ਕੁੱਤੇ ਬਿੱਲੀ ਕਿਹੜੇ ਨੇ? ਪਵਰ ਪੰਚ ਹਮ ਏਕ ਜਨਾ, ਵਿਕਾਰ, ਫੇਲੀਅਰ ਦਾ ਡਰ ਤੇਰੇ ਨਜ਼ਦੀਕ ਨਹੀਂ ਆਏਗਾ, ਅਸਫਲਤਾ ਦਾ ਡਰ ਤੇਰੇ ਨਜ਼ਦੀਕ ਨਹੀਂ ਆਏਗਾ, ਫੋਬੀਆ ਦਾ ਸ਼ਿਕਾਰ ਨਹੀਂ ਤੂੰ ਹੋਏਗਾ। ਗੂਗਲ ਦੇ ਵਿੱਚ ਪਾਓਗੇ ਨਾ ਲਿਸਟ ਆਫ ਫੋਬੀਆ, PHOBIA, ਫੋਬੀਆ ਜਾਂ ਫੋਬੀਆਜ਼ ਲਿਸਟ, ਤਾਂ ਤੁਸੀਂ ਪੜੋਗੇ ਕਰੀਬ 2-2.5 ਹਜ਼ਾਰ ਕਿਸਮ ਦਾ ਫੋਬੀਆ ਹੈ। ਤੇ ਇਹ ਇੱਕ ਡਰ ਹੈ 2-2.5 ਹਜ਼ਾਰ ਕਿਸਮ ਦਾ। ਕਿਸੇ ਨੂੰ ਪਾਣੀ ਤੋਂ ਡਰ ਲੱਗਦਾ ਹੈ, ਕਿਸੇ ਨੂੰ ਬੰਦ ਥਾਵਾਂ ਤੋਂ ਡਰ ਲੱਗਦਾ ਹੈ, ਕਿਸੇ ਨੂੰ ਖੁੱਲੇ ਥਾਵਾਂ ਤੋਂ ਡਰ ਲੱਗਦਾ ਹੈ, ਕਿਸੇ ਨੂੰ ਕਿਰਲੀ ਤੋਂ ਬੜਾ ਡਰ ਲੱਗਦਾ ਹੈ, ਕਿਸੇ ਨੂੰ ਇਹ ਡਰ ਲੱਗਦਾ ਕਿ ਮੇਰੇ ਉੱਤੇ ਪੱਖਾ ਨਾ ਰਾਤ ਨੂੰ ਡਿੱਗ ਜਾਏ, ਕਿਸੇ ਨੂੰ ਇਹ ਵਹਿਮ ਹੁੰਦਾ ਹੈ ਕਿ ਸਾਹਮਣੇ ਬੰਦੇ ਮੇਰੀਆਂ ਚੁਗਲੀਆਂ ਕਰ ਰਹੇ ਨੇ, ਮੈਨੂੰ ਕੋਈ ਮਾਰ ਦੇਵੇਗਾ, ਬਿਮਾਰੀ ਨਾ ਲੱਗ ਜਾਏ, ਬੱਚੇ ਨਾ ਨਲਾਇਕ ਨਿਕਲ ਜਾਣ। ਕਈਆਂ ਨੂੰ ਡਰ ਹੁੰਦਾ ਮੈਨੂੰ ਬਿਮਾਰੀ ਨਾ ਲੱਗ ਜਾਏ, ਉਹ ਹੱਥ ਬਾਰ-ਬਾਰ ਧੋਈ ਜਾਂਦੇ ਨੇ ਸਾਰਾ ਦਿਨ। ਹੁਣ ਚਲੋ ਕਰੋਨਾ ਵਾਲੀ ਤੇ ਗੱਲ ਵੱਖਰੀ ਹੈ, ਬਾਥਰੂਮ ਜਾਣਗੇ ਪੌਣਾ ਘੰਟਾ ਨਹਾਈ ਜਾਣਗੇ, ਇਧਰ ਹੱਥ ਲੱਗ ਗਿਆ ਫਿਰ ਹੱਥ ਧੋ ਲਿਆ। ਯਾਨੀ ਇਹ ਫੋਬੀਆ, ਡਰ। ਪ੍ਰਤੀਤ ਹੋਵੇ, ਵਿਸ਼ਵਾਸ ਹੋਵੇ। ਔਰ ਜਿੰਨੇ ਵੀ ਲੋਕ ਇਸ ਦੁਨੀਆ ਵਿੱਚ ਕਾਮਯਾਬ ਹੋਏ ਨੇ, ਉਹ ਕਾਮਯਾਬ ਹੋਏ ਨੇ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਵਿਸ਼ਵਾਸ ਸੀ ਆਪਣੇ ਆਪ ਤੇ। ਜਦੋਂ ਵਿਸ਼ਵਾਸ ਟੋਲ ਜਾਂਦਾ ਬੰਦਾ ਫੇਲ ਹੋ ਜਾਏਗਾ। ਦੁਨੀ ਚੰਦ ਨੂੰ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਸਵੇਰੇ ਹਾਥੀ ਦੇ ਨਾਲ ਮੁਕਾਬਲਾ ਦੁਨੀ ਚੰਦ ਕਰੇਗਾ, ਤੇ ਦੁਨੀ ਚੰਦ ਦਾ ਹੱਟਾ ਕੱਟਾ ਸਰੀਰ 2-4 ਬੰਦਿਆਂ ਦੇ ਡਿੱਗ ਪਏ ਤੇ ਥੱਲੇ ਫਿਰ ਮਿੱਧੇ ਜਾਣ, ਹੱਟਾ ਕੱਟਾ ਸਰੀਰ, ਲੇਕਿਨ ਵਿਸ਼ਵਾਸ ਡੋਲ ਗਿਆ, ਸਾਥੀਆਂ ਸਮੇਤ ਕੰਧ ਟੱਪ ਕੇ ਭੱਜ ਗਿਆ, ਬੇਸ਼ੱਕ ਲੱਤ ਤੜਾ ਲਈ। ਤੇ ਦੂਜੇ ਪਾਸੇ ਬਚਿੱਤਰ ਸਿੰਘ, ਇਕਹਿਰਾ ਜਿਹਾ ਬਦਨ, ਤੇ ਗੁਰੂ ਸਾਹਿਬ ਨੇ ਕਿਹਾ ਵੀ ਬਚਿੱਤਰ ਸਿੰਘ ਹਾਥੀ ਦੇ ਨਾਲ ਲੜੇਗਾ? ਹੁਣ ਦੇਖੋ ਵਿਸ਼ਵਾਸ ਵਾਲਾ ਬੰਦਾ ਕੀ ਕਹਿ ਰਿਹਾ। ਕਹਿੰਦਾ ਪਾਤਸ਼ਾਹ ਇੱਕ ਹਾਥੀ, ਜੇ ਹਾਥੀਆਂ ਦਾ ਇੱਜੜ ਹੋਵੇ ਉਹਦੇ ਨਾਲ ਲੜਨ ਲਈ ਤਿਆਰ ਹਾਂ, ਤੇ ਨਿਰਾ ਲੜਾਂਗਾ ਨਹੀਂ, ਮੈਂ ਹਾਥੀ ਨੂੰ ਅੱਗੇ ਲਾ ਕੇ ਭਜਾਵਾਂ। ਵਿਸ਼ਵਾਸ ਹੈ ਨਾ।
किन्ना विश्वास सी उन्हां सिखां दे अंदर, ਜਿਹੜੇ 40 ने अंदर ते बाहर 10 लाख फौज है। इन्ना वड्डा विश्वास, पता है कि 5 जने गए ते उत्थे जिंदा नहीं बचणगे, पर किन्ना वड्डा विश्वास है। 5 जने लड़न तक, आखिरी दम तक लड़ते ने, और एक भी सिख ने हथियार नहीं सुट्टे, हथ खड़े नहीं किए, लड़ते हुए शहीदी पाई है। छोटे साहिबजादे, विश्वास है ना कि उन्हां दे विश्वास नूं कोई तोड़ सकिया? नीहां विचणे गए भाई मती दास, भाई सती दास, भाई दयाला जी, विश्वास है ना, उन्हां दे विश्वास नूं कोई तोड़ नहीं सकिया। कामयाब ਉਹ ਲੋਕ ਹੋਏ ਨੇ ਜਿਨ੍ਹਾਂ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ, ਤੇ ਜਿਹੜੇ ਪਹਿਲਾਂ ਹੀ ਕਹਿੰਦੇ ਰਹਿਣ ਸਾਡੇ ਤੋਂ ਨਹੀਂ ਹੋਣਾ ਜੀ, ਬਾਣੀ ਕਿੱਥੇ ਸਮਝ ਆਉਣੀ ਹੈ, ਅਸੀਂ ਕਿੱਥੇ ਐਵੇਂ ਹੋ ਸਕਦੇ ਹਾਂ, ਇਹ ਤੇ ਹੋ ਨਹੀਂ ਸਕਦਾ ਜੀ। ਵਿਸ਼ਵਾਸ ਪਹਿਲਾਂ ਹੀ ਡੋਲਿਆ ਹੋਣਾ ਤਾਂ ਕੀ ਹੋਏਗਾ। ਗੁਰਬਾਣੀ ਦੇ ਅੰਦਰ ਬੜੀ ਪਿਆਰੀ ਪੰਕਤੀ ਹੈ, ਮੈਂ ਬਾਰ-ਬਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ। ਨਾ ਹੀ ਦੇਖ ਨਾ ਭਾਜੀਏ ਪਰਮ ਸਿਆਣਪ ਇਹ, ਆਗਾਹੂ ਕੋ ਤਰਾਗ ਪਿੱਛਾ ਫੇਰ ਨਾ ਮੋਢੜਾ, ਨਾਨਕ ਸਿਜ ਇਵੇ ਹਵਾਰ ਬਹੁੜ ਨਾ ਹੋਵੀ ਜਨਮੜਾ। ऐसे मेरी जित हासिल करनी है, जो तो प्रेम खिलन का चाओ, सिर धर तली गली मेरी आओ, इत मार्ग पैर तरीजै, सिर दीजै कान ना कीजै। मरते जावांगा लेकिन असफल नहीं होगा, मरते जावांगा लेकिन सच का त्याग नहीं करांगा। ये विश्वास अंदर आत्म विश्वास पैदा कर। गुरबाणी साडे अंदर आत्म विश्वास जगांदी है। एक शेर है, मेरे ख्याल सोन सिंह जी शीतल बोलते होंगे सन ज्यादा, वो कहते कुछ वो हैं जो बदलते हैं जमाने के साथ साथ, पर मर्द वो हैं जो जमाने को बदल देते हैं। जमाने दे नाल ते सारे बदल जाते हैं, लेकिन जिहड़े विश्वास वाले ने वो जमाने नूं बदलन दी हिम्मत रखते हैं। इसलिए ये विश्वास पैदा करना है। जे ये विश्वास होएगा, डंडे फड़न की लोड़ नहीं, फिर काम क्रोध आदि नजदीक नहीं आएंगे, फिर तू सचियारता वाले रास्ते ते वध सकेगा, फिर जिंदगी दे अंदरों फेलियर का डर खत्म हो जाएगा। तो विश्वास अपने आप दे उत्ते, और विश्वास काहदे ते? गुरु दे ज्ञान ते, गुरु दी फिलोसफी ते, गुरु दी विचारधारा ते, सचियार दे रास्ते ते कि मैं सचियार होना है। अगला वचन, आई पंथी सगल जमाती। जोगियां दे 12 फिरके ने, जोगियां दे 12 फिरके ने, ਤੇ ਇਹਨਾਂ 12 ਫਿਰਕਿਆਂ ਦੇ ਵਿੱਚੋਂ ਆਈ ਪੰਥ ਇਹ ਸਭ ਤੋਂ ਵੱਡਾ ਮਹਾਨ ਮੰਨਿਆ ਜਾਂਦਾ ਹੈ। ਆਈ ਪੰਥ ਇਹ ਉਹਨਾਂ ਦਾ ਫਿਰਕਾ ਹੈ, ਫਿਰਕੇ ਦਾ ਨਾਮ ਹੈ। ਜਿੰਨੇ ਵੀ ਜੋਗੀ ਨੇ ਇਹਨਾਂ ਦੇ ਕਈ ਸਾਰੇ ਫਿਰਕੇ ਨੇ, 12 ਨੇ ਘੱਟ ਤੋਂ ਘੱਟ। ਤੇ ਇਹਨਾਂ 12 ਦੇ ਵਿੱਚੋਂ ਆਈ ਪੰਥ ਜਿਹੜਾ ਨਾ ਉਹ ਸਭ ਤੋਂ ਚੰਗੇਰਾ ਉਚੇਰਾ ਮੰਨਿਆ ਜਾਂਦਾ। ਹੁਣ ਗੁਰੂ ਜੀ ਕਹਿੰਦੇ ਨੇ ਵੀ ਇਹ ਜਿਹੜੇ ਭੇਖ ਨੇ 12 ਫਿਰਕੇ ਤੁਸੀਂ ਬਣਾਏ ਨੇ, ਇਹਨਾਂ ਨਾਲ ਕੀ ਹੋਏਗਾ? ਜੇ ਤੇ ਫਿਰਕਾ ਪ੍ਰਸਤੀ ਨਾਲ ਰੱਬ ਮਿਲਦਾ ਹੋਵੇ ਤਾਂ ਫਿਰਕਾ ਪ੍ਰਸਤੀ ਤੇ ਇਸ ਦੁਨੀਆ ਵਿੱਚ ਬਹੁਤ ਜ਼ਿਆਦੀ ਹੈ। ਸਾਡੀਆਂ ਆਪਣੀਆਂ ਵੇਖੋ ਕਿੰਨੀਆਂ ਸੰਸਥਾਵਾਂ ਨੇ, ਇੱਕ ਸੰਸਥਾ ਦੀ ਦੂਜੇ ਨਾਲ ਨਹੀਂ ਬਣਦੀ। ਤੁਸੀਂ ਗੁਰਦੁਆਰੇ ਸਾਹਿਬਾਨ ਵਿੱਚ ਚਲੇ ਜਾਓ ਤਾਂ ਇੱਕ ਗੁਰਦੁਆਰਾ ਸਾਹਿਬ ਦੀ ਦੂਜੇ ਗੁਰਦੁਆਰਾ ਸਾਹਿਬ ਦੇ ਨਾਲ ਮਰਿਆਦਾ ਨਹੀਂ ਮਿਲਦੀ। ਇੱਕ ਪਿੰਡ ਵਿੱਚ 4 ਗੁਰਦੁਆਰੇ ਨੇ, 4ਾਂ ਦੀ ਨਹੀਂ ਮਿਲਦੀ। ਅਰਦਾਸ ਦਾ ਢੰਗ ਇੱਕ ਨਹੀਂ, ਪਾਠ ਰੱਖਣ ਭੋਗ ਪਾਉਣ ਦਾ ਢੰਗ ਇੱਕ ਨਹੀਂ, ਹਰ ਥਾਂ ਤੇ ਵੱਖਰੀ ਵੱਖਰੀ ਨਾ ਮਰਿਆਦਾ। ਜੇ ਤੁਸੀਂ ਇਸ ਦੁਨੀਆ ਵਿੱਚ ਵੇਖੋਗੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਹਨਾਂ ਦੇ ਆਪਸ ਦੇ ਵਿੱਚ ਤਾਲਮੇਲ ਨਹੀਂ ਹੈ। ਹਰ ਬੰਦਾ ਕਹਿ ਰਿਹਾ ਕਿ ਮੈਂ ਮਹਾਨ, ਮੈਂ ਮਹਾਨ। ਹੋ ਰਿਹਾ ਨਾ ਐਸਾ? ਜੇ ਅਸੀਂ ਆਪਣੇ ਧਰਮ ਦੀ ਗੱਲ ਕਰੀਏ, ਸਿਰਫ ਸਿੱਖ ਧਰਮ ਦੀ, ਤਾਂ ਇਹਦੇ ਵਿੱਚ ਵੀ ਬੁਰਾ ਹਾਲ ਹੈ। ਅੰਮ੍ਰਿਤਧਾਰੀਆਂ ਦੀਆਂ ਪੱਗਾਂ ਲਾ ਰਹੇ ਨੇ। ਹਰ ਬੰਦਾ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਂ ਹੀ ਠੀਕ ਹਾਂ, ਮੇਰਾ ਫਿਰਕਾ, ਮੇਰੀ ਸੰਸਥਾ ਹੀ ਠੀਕ ਹੈ। ਹੁਣ 12 ਪੰਥ ਹੋਣਗੇ, 12 ਸੰਸਥਾਵਾਂ ਹੋਣਗੀਆਂ, ਤਾਂ 12 ਦੇ ਵਿੱਚ ਵਖੇਵਾਂ ਤੇ ਜ਼ਰੂਰ ਹੋਏਗਾ। ਜਦੋਂ ਤੱਕ ਵਖੇਵਾਂ ਨਹੀਂ, ਉਦੋਂ ਤੱਕ ਤੁਸੀਂ ਵੱਖਰਾ ਕੁਛ ਕਰ ਨਹੀਂ ਸਕਦੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਹਨਾਂ ਭੇਖਾਂ ਦੇ ਰਾਸਤੇ ਨੂੰ ਛੱਡ, ਇਹਨਾਂ ਦੇ ਨਾਲ ਸ਼ਾਂਤੀ ਨਹੀਂ ਮਿਲਣੀ। ਆਈ ਪੰਥੀ ਸਗਲ ਜਮਾਤੀ। ਸਗਲ ਦਾ ਮਤਲਬ ਸਾਰੀ ਸ੍ਰਿਸ਼ਟੀ, ਤੇ ਜਮਾਤੀ ਦਾ ਮਤਲਬ ਕਲਾਸ ਫੈਲੋ। ਜਿਹੜੇ ਅਸੀਂ ਕਹਿੰਦੇ ਨਾ ਮੇਰਾ ਜਮਾਤੀ ਹੈ। ਹੁਣ ਜਿਹੜੇ ਜਮਾਤੀ ਹੋਣ ਨਾ, ਇਕੱਠੇ ਪੜੇ ਹੋਣ, ਉਹਨਾਂ ਦਾ ਆਪਸੀ ਪ੍ਰੇਮ ਸਾਰੀ ਜ਼ਿੰਦਗੀ ਰਹਿੰਦਾ ਹੈ।
घट तो घट ਜਿਹੜੇ 8ਵੀਂ 10ਵੀਂ ਚ ਤੁਹਾਡੇ ਨਾਲ ਪੜ੍ਹੇ ਨੇ ਨਾ, ਉਹ ਤੁਹਾਨੂੰ ਅੱਜ ਵੀ ਯਾਦ ਆਉਂਦੇ ਹੋਣਗੇ। ਕਿਉਂਕਿ 8ਵੀਂ 10ਵੀਂ ਤੱਕ ਜਦੋਂ ਅਸੀਂ ਪੜ੍ਹੇ ਆ ਨਾ, 10ਵੀਂ ਤੱਕ, ਉਦੋਂ ਤੱਕ ਆ ਫਿਰਕਾ ਪ੍ਰਸਤੀ ਦੂਜੀ ਤੀਜੀ ਇੰਨੀਆਂ ਨਹੀਂ ਸੀ ਹੁੰਦੀਆਂ, ਕੋਈ ਬਹੁਤਾ ਟੈਲੀਵਿਜ਼ਨ ਵਗੈਰਾ ਵਗੈਰਾ ਨਹੀਂ ਸਨ। ਤੇ ਉਹ ਜੋ ਬਚਪਨ ਦੇ ਦੋਸਤ ਨੇ ਉਹ ਅੱਜ ਵੀ ਯਾਦ ਆਉਂਦੇ, ਉਹਨਾਂ ਨੂੰ ਫੇਸਬੁੱਕ ਤੇ ਸਰਚ ਕਰੀਦਾ ਕੋਈ ਮਿਲ ਜਾਏ, ਤੇ ਜਦੋਂ ਕੋਈ ਪੁਰਾਣਾ ਦੋਸਤ ਮਿਲਦਾ ਹੈ ਤਾਂ ਕਿੰਨੀ ਵੱਡੀ ਖੁਸ਼ੀ ਹੁੰਦੀ ਹੈ। ਕਲਾਸ ਫੈਲੋ ਨਾਲ ਪਿਆਰ ਹੁੰਦਾ ਨਾ, ਤਾਂ ਗੁਰੂ ਜੀ ਕਹਿੰਦੇ ਨੇ ਸਗਲ ਜਮਾਤੀ, ਪੂਰਾ ਸੰਸਾਰ ਦਾ ਹਰ ਇਸਤਰੀ ਪੁਰਸ਼ ਉਹਨੂੰ ਆਪਣਾ ਜਮਾਤੀ ਸਮਝ, ਉਹਦੇ ਨਾਲ ਕਲਾਸ ਫੈਲੋ ਵਰਗਾ ਪਿਆਰ ਕਰ। ਜਿਵੇਂ ਇੱਕੋ ਕਲਾਸ ਦੇ ਅੰਦਰ ਜੇ ਕੋਈ ਫਿਜ਼ਿਕਸ ਦੇ ਵਿਦਿਆਰਥੀ ਨੇ ਤਾਂ ਸਾਰੇ ਫਿਜ਼ਿਕਸ ਹੀ ਪੜ੍ਹ ਰਹੇ ਨੇ ਨਾ, ਕੈਮਿਸਟਰੀ ਵਾਲੇ ਕੈਮਿਸਟਰੀ, 8ਵੀਂ ਵਾਲੇ 8ਵੀਂ ਕਲਾਸ ਦੀ ਹੀ ਪੜ੍ਹਾਈ ਕਰ ਰਹੇ ਨੇ, ਸਾਰਿਆਂ ਦਾ ਇੱਕੋ ਹੀ ਹੁੰਦਾ ਹੈ, ਇਹ ਟਾਈਮ ਟੇਬਲ ਵੀ, ਪੜ੍ਹਾਈ ਦਾ ਸਾਰਾ ਕੁਝ ਇੱਕ ਹੀ ਆਧਾਰ ਹੁੰਦਾ ਹੈ। ਐਵੇਂ ਪੂਰੇ ਸੰਸਾਰ ਦੇ ਹਰ ਮਨੁੱਖ ਨੂੰ ਜਮਾਤੀ ਬਣਾ, ਤੇ ਤੇਰਾ ਕੋਰਸ ਕੀ ਹੋਵੇ, ਤੇਰਾ ਸਿਲੇਬਸ ਕੀ ਹੋਵੇ ਸਾਰੇ ਸੰਸਾਰ ਦਾ, ਤਾਂ ਉਹ ਸਿਲੇਬਸ ਹੈ ਸਚਿਆਰ ਹੋਣ ਦਾ, ਕਿਉਂ ਸਚਿਆਰਾ ਹੋਈ ਹੈ। ਸਚਿਆਰਤਾ ਨੂੰ ਸਿਲੇਬਸ ਬਣਾਓ ਤੇ ਸਾਰੇ ਸੰਸਾਰ ਦੇ ਨਾਲ ਆਪਣੇ ਜਿਹੜੇ ਕਲਾਸ ਫੈਲੋ ਨੇ ਉਹਨਾਂ ਵਰਗਾ ਪਿਆਰ ਕਰੋ, ਆ ਸਾਰਾ ਸੰਸਾਰ ਹੀ ਇੱਕ ਸਕੂਲ ਹੋ ਜਾਏਗਾ। ਦੇਸ਼ਾਂ ਦੀਆਂ ਸੀਮਾਵਾਂ ਦੇ ਝਗੜੇ ਖਤਮ ਹੋ ਜਾਣਗੇ, ਧਰਮਾਂ ਦੇ ਵਿਤਕਰੇ ਮਿਟ ਜਾਣਗੇ। ਔਰ ਇਹ ਹਕੀਕਤ ਹੈ, ਹੋ ਸਕਦਾ ਹੈ ਜੇ ਅਸੀਂ ਕਰੀਏ ਤਾਂ। ਆਪਣੀ ਜਿਹੜੀ ਆਈਡੈਂਟੀ ਹੈ ਉਹ ਖਤਮ ਕਰਨੀ ਪਵੇਗੀ, ਸਚਿਆਰ ਹੋਣ ਲਈ ਆਪਣੀ ਆਈਡੈਂਟੀ ਖਤਮ ਕਰਨੀ ਪਵੇਗੀ। ਮਨ ਬਚਨ ਕਰਮ ਕਰਕੇ ਸੱਚੇ ਜੇ ਸਾਰੇ ਲੋਕ ਹੋ ਜਾਣ, ਜਿਵੇਂ ਮੈਂ ਧਰਮ ਦੀ ਪਰਿਭਾਸ਼ਾ ਆਪ ਨਾਲ ਸਾਂਝੀ ਕੀਤੀ ਸੀ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਜੇ ਇਹ ਚੀਜ਼ ਨੂੰ ਸਾਰੇ ਅਪਣਾ ਲੈਣ ਤਾਂ ਕੀ ਪ੍ਰੋਬਲਮ ਹੈ? ਕੋਈ ਨਹੀਂ। ਆਈ ਪੰਥੀ ਸਗਲ ਜਮਾਤੀ, ਕਿ ਜੋ ਤੇਰਾ ਆਈ ਪੰਥ ਹੈ ਨਾ, ਇਹ ਨਾ ਆਪਣੇ ਜੀਵਨ ਨੂੰ ਫਿਰਕਿਆਂ ਦੇ ਵਿੱਚ ਨਾ ਵੰਡ, ਸਗੋਂ ਸਾਰੇ ਸੰਸਾਰ ਨੂੰ ਆਪਣਾ ਜਮਾਤੀ ਸਮਝ, ਆਪਣੇ ਜਮਾਤੀਆਂ ਵਰਗਾ ਪਿਆਰ ਕਰ, ਵਿਤਕਰੇ ਨਾ ਪਾ। ਅਗਲਾ ਬਚਨ ਕਰਦੇ ਨੇ, ਮਨ ਜੀਤੈ ਜਗ ਜੀਤ। ਇਹਨੂੰ ਜੀਤੇ ਨਹੀਂ ਪੜਨਾ, ਜੀਤੈ ਦਲਾਵਾਂ ਨੇ, ਮਨ ਜੀਤੈ ਜਗ ਜੀਤ। ਮਨ ਜੀਤੇ ਦਾ ਮਤਲਬ ਮਨ ਜਿੱਤਣ ਦੇ ਨਾਲ ਜੇ ਮਨ ਨੂੰ ਜਿੱਤ ਲਿਆ ਜਾਏ, ਜਗ ਜੀਤ ਤਾਂ ਸਾਰਾ ਜਗਤ ਜਿੱਤਿਆ ਜਾਏਗਾ, ਸਾਰਾ ਸੰਸਾਰ ਦਾ ਤੂੰ ਜੇਤੂ ਹੋ ਜਾਏਗਾ। ਹੁਣ ਜਗ ਜਿੱਤਣ ਦਾ ਮਤਲਬ ਇਹ ਨਹੀਂ ਕਿ ਸਾਰੀ ਦੁਨੀਆ ਦਾ ਤੂੰ ਬਾਦਸ਼ਾਹ ਬਣ ਜਾਏਗਾ। ਇੱਥੇ ਗੱਲ ਹੈ ਕਿ ਜੋ ਸਾਡੇ ਮਨ ਦੇ ਅੰਦਰ ਮੋਹ ਹੈ, ਵਿਕਾਰ ਨੇ, ਉਹ ਜਿੱਤੇ ਜਾਣਗੇ, ਮਨ ਭਟਕਣ ਤੋਂ ਰੁਕ ਜਾਏਗਾ। ਔਰ ਜਿਨਨੇ ਮਨ ਨੂੰ ਜਿੱਤ ਲਿਆ ਨਾ, ਉਹਨੇ ਸਾਰੀ ਦੁਨੀਆ ਨੂੰ ਜਿੱਤ ਲਿਆ। ਇਸ ਲਈ ਮੈਂ ਤੁਹਾਨੂੰ ਹਰਾਉਣ ਦਾ ਯਤਨ ਕਰਾਂ, ਤੁਸੀਂ ਮੈਨੂੰ ਹਰਾਉਣ ਵਿੱਚ ਲੱਗੇ ਰਹੋ। ਤੁਸੀਂ ਮੈਨੂੰ ਜਿੱਤਣਾ ਚਾਹੋ, ਮੈਂ ਤੁਹਾਨੂੰ ਜਿੱਤਣਾ ਚਾਹਾਂ, ਤਾਂ ਫਿਰ ਕੀ ਹੋਏਗਾ? ਈਰਖਾ ਵਧੇਗੀ ਨਾ, ਵੈਰ ਵਿਰੋਧ ਵਧੇਗਾ। ਤੇ ਜੇ ਮੈਂ ਜਿੱਤਣਾ ਚਾਹਾਂ ਤੁਹਾਨੂੰ, ਤੇ ਜਿੱਤਣਾ ਚਾਹਾਂ ਤੁਹਾਡੇ ਦਿਲ ਨੂੰ, ਤੇ ਤੁਸੀਂ ਮੇਰੇ ਦਿਲ ਨੂੰ ਜਿੱਤਣਾ ਚਾਹੋ, ਜਿੱਤ ਤਾਂ ਫਿਰ ਵੀ ਹੋਏਗੀ, ਪਰ ਅਸੀਂ ਦੋਵੇਂ ਹੀ ਜਿੱਤ ਜਾਵਾਂਗੇ। ਤੇ ਦਿਲ ਜਿੱਤਣ ਵਾਸਤੇ ਲੜਨ ਦੀ ਲੋੜ ਨਹੀਂ, ਦਿਲ ਜਿੱਤਣ ਵਾਸਤੇ ਤੇ ਆਪਣਾ ਆਪ ਗਵਾਉਣਾ ਪਵੇਗਾ। ਤੁਹਾਡਾ ਦਿਲ ਜਿੱਤਣ ਵਾਸਤੇ ਮੈਨੂੰ ਤੁਹਾਡੇ ਨਾਲ ਸੱਚਾ ਪਿਆਰ ਕਰਨਾ ਪਵੇਗਾ, ਮੈਨੂੰ ਤੁਹਾਡਾ ਸੱਚਾ ਸਤਿਕਾਰ ਕਰਨਾ ਪਵੇਗਾ, ਤੁਹਾਡੇ ਸੁੱਖ ਦੁੱਖ ਨੂੰ ਆਪਣਾ ਸੁੱਖ ਦੁੱਖ ਬਣਾ ਲਵਾਂਗਾ, ਤੇ ਤੁਸੀਂ ਆਪ ਹੀ ਕਹੋਗੇ ਨੇ, ਯਾਰ ਕਿੰਨਾ ਚੰਗਾ ਬੰਦਾ ਹੈ, ਸਾਡੀ ਤਕਲੀਫ ਨੂੰ ਆਪਣੀ ਬਣਾ ਲੈ। ਦਿਲ ਜਿੱਤ ਲਿਆ ਨਾ, ਇਸੇ ਨੂੰ ਕਹਿੰਦੇ ਨੇ ਦਿਲ ਜਿੱਤਣਾ। ਤੇ ਜੇ ਤੁਸੀਂ ਮੇਰਾ ਐਸਾ ਸਹਿਯੋਗ ਕਰਦੇ ਹੋ, ਤੇ ਮੈਂ ਕਹਾਂਗਾ ਨਾ ਕਿ ਕਿੰਨੀਆਂ ਚੰਗੀਆਂ ਭੈਣਾਂ, ਕਿੰਨੇ ਚੰਗੇ ਵੀਰ ਨੇ ਕਿ ਮੇਰੀ ਤਕਲੀਫ ਨੂੰ ਆਪਣੀ ਸਮਝ ਰਹੇ ਨੇ। ਦਿਲ ਜਿੱਤ ਲਿਆ ਨਾ, ਇਹਨੂੰ ਕਹਿੰਦੇ ਨੇ ਮਨ ਜੀਤੈ ਜਗ ਜੀਤ। ਪਰ ਇਹ ਤਾਂ ਹੋਏਗਾ ਜੇ ਮੈਂ ਆਪਣੇ ਮਨ ਨੂੰ ਜਿੱਤਿਆ ਹੋਏਗਾ, ਮੈਂ ਆਪਣੇ ਮਨ ਦੀਆਂ ਵਾਸ਼ਨਾਵਾਂ ਤੇ ਕੰਟਰੋਲ ਕੀਤਾ ਹੋਏਗਾ। ਤੁਹਾਨੂੰ ਤਾਂ ਸਤਿਕਾਰ ਦਿਆਂਗਾ ਨਾ ਜੇ ਮੇਰੇ ਆਪਣੇ ਅੰਦਰੋਂ ਹੰਕਾਰ ਮਰਿਆ ਹੋਏਗਾ। ਤੇ ਜੇ ਮੇਰੇ ਆਪਣੇ ਅੰਦਰ ਹੀ ਹੰਕਾਰ ਹੈ, ਤੇ ਫਿਰ ਮੈਂ ਤੁਹਾਨੂੰ ਸਤਿਕਾਰ ਕਿੱਥੇ ਦੇਣਾ? ਇਸ ਲਈ ਆਪਣੇ ਮਨ ਨੂੰ ਜਿੱਤਣਾ ਹੈ। ਇਹ ਜੋਗੀ ਮਨ ਨੂੰ ਜਿੱਤ, ਮਨ ਦੀਆਂ ਵਾਸ਼ਨਾਵਾਂ ਨੂੰ ਖਤਮ ਕਰ। ਜੇ ਤੂੰ ਮਨ ਨੂੰ ਜਿੱਤ ਲਿਆ, ਸਾਰਾ ਸੰਸਾਰ ਜਿੱਤ ਲਿਆ। ਤੇ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਸਾਡਾ ਸਾਰਿਆਂ ਦਾ ਆਪਣਾ ਇੱਕ ਵੱਖਰਾ ਵੱਖਰਾ ਸੰਸਾਰ ਹੈ, ਸਾਡਾ ਪਰਿਵਾਰ, ਸਾਡੇ ਰਿਸ਼ਤੇਦਾਰ, ਸੱਜਣ ਮਿੱਤਰ। ਜਿਸ ਬੰਦੇ ਨੇ ਇੰਨੇ ਕੁ ਸੰਸਾਰ ਦੇ ਅੰਦਰ
सच्चा मान आदर हासिल कर लिया, निश्चिंत जिंदगी जी ली, उन्हें संसार ਨੂੰ ਜਿੱਤ ਲਿਆ। ਇਹਨੇ ਕੁ ਨੂੰ ਤਾਂ ਜਿੱਤੋ। ਆਦੇਸ਼ ਤਿਸੈ ਆਦੇਸ਼, ਜੋਗੀ ਜਿਹੜੇ ਨੇ ਆਦੇਸ਼ ਕਰਦੇ ਨੇ ਆਪਣੇ ਮਹੰਤ ਅੱਗੇ, ਉਹਨੂੰ ਮੱਥਾ ਟੇਕ। ਗੁਰੂ ਜੀ ਕਹਿੰਦੇ ਨੇ ਆਦੇਸ਼ ਤਿਸੈ ਆਦੇਸ਼, ਆਦੇਸ਼ ਦਾ ਮਤਲਬ ਨਮਸਕਾਰ। ਨਮਸਕਾਰ ਕਿਸੇ ਬੰਦੇ ਨੂੰ ਨਾ ਕਰ, ਬੰਦੇ ਦਾ ਆਦਰ ਸਤਿਕਾਰ ਕਰਨਾ ਹੋਰ ਚੀਜ਼ ਹੈ, ਨਮਸਕਾਰ ਕਰਨੀ ਉਹਨੂੰ ਰੱਬ ਮੰਨ ਕੇ ਬਹਿ ਜਾਣਾ ਇਹ ਵੱਖਰੀ ਚੀਜ਼ ਹੈ। ਆਦੇਸ਼ ਤਿਸੈ ਆਦੇਸ਼, ਮੇਰਾ ਨਮਸਕਾਰ ਹੈ ਉਸਨੂੰ, ਕਿਹਨੂੰ? ਆਦ, ਜੋ ਸਾਰਿਆਂ ਦਾ ਮੁੱਢ ਹੈ, ਜੋ ਜਗਤ ਰਚਨਾ ਤੋਂ ਪਹਿਲੋਂ ਸੀ, ਜਿਹਦੇ ਤੋਂ ਜਗਤ ਰਚਨਾ ਹੋਈ ਹੈ। ਅਨੀਲ, ਅਨੀਲ ਦਾ ਮਤਲਬ ਜਿਹਦੇ ਤੇ ਕੋਈ ਕਲੰਕ ਨਹੀਂ, ਵਿਕਾਰਾਂ ਤੋਂ ਰਹਿਤ ਸ਼ੁੱਧ ਸਰੂਪ ਹੈ। ਅਨਾਦ, ਅਨਾਦ ਦਾ ਮਤਲਬ ਅਨਆਦ, ਜਿਹਦਾ ਕੋਈ ਮੁੱਢ ਨਹੀਂ, ਆਦ ਅੰਤ ਨਹੀਂ, ਆਦ ਅੰਤ ਤੋਂ ਅਨੰਤ ਹੈ। ਅਨਾਹਦ, ਅਨਾਹਦ ਦਾ ਮਤਲਬ ਲਗਾਤਾਰ, ਇੱਕ ਰਸ, जुग जुग एको वेश, जो जुगां जुगंतरां तो इक्को जैसा है, जिस दे उत्ते बचपन जवानी बुढ़ेपा आदिक नहीं हुंदा, समय दे प्रभाव तो परे है। ओ प्रभु जो सब दा मुੱਢ मूल है, जिस दे उत्ते कोई दाग नहीं, जो अलेप है, जिस दा कोई आद अंत नहीं, भाव परंपार है। अनाहत दा मतलब एक रस लगातार इस जगत विच समाया होया है। उस ओ प्रभु ਜਿਹਦਾ ਜੁਗਾਂ ਜੁਗੰਤਰਾਂ ਤੋਂ ਇੱਕੋ ਹੀ ਵੇਸ਼ ਹੈ, ਇੱਕੋ ਹੀ ਸਰੂਪ ਹੈ, ਭਾਵ ਉਹਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ, ਉਹਦੇ ਅੱਗੇ ਨਮਸਕਾਰ ਕਰ, ਉਹਨੂੰ ਸਾਰਿਆਂ ਦੇ ਅੰਦਰ ਵੇਖ। ਉਹਦੇ ਅੱਗੇ ਨਮਸਕਾਰ ਕਰਨ ਦਾ ਮਤਲਬ ਉਹਦੇ ਅੱਗੇ ਸਰੈਂਡਰ ਹੋ। ਸਰੈਂਡਰ ਹੋਣ ਦਾ ਮਤਲਬ ਉਹਦਾ ਭਾਣਾ ਮੰਨ, ਭਾਣਾ ਮੰਨਣ ਦਾ ਮਤਲਬ ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ ਇਹ ਜੋਗੀ ਐਵੇਂ ਤੂੰ ਸਚਿਆਰ ਹੋ ਸਕਦਾ। ਜੇ ਇਹ ਗੁਣ ਜੋ ਇਸ ਪਾਵਨ ਪੌੜੀ ਵਿੱਚ ਦੱਸੇ ਗਏ ਨੇ, ਕੋਈ ਵੀ ਮਨੁੱਖ ਜੋ ਇਹਨਾਂ ਗੁਣਾਂ ਨੂੰ ਅਪਣਾ ਲਵੇਗਾ, ਉਹ ਮਨੁੱਖ ਸਚਿਆਰ ਹੋ ਜਾਏਗਾ। ਇਸ ਲਈ ਜੰਗਲਾਂ ਵਿੱਚ ਵਿਚਰਨਾ, ਗ੍ਰਸਤ ਨੂੰ ਤਿਆਗਣਾ, ਵਿਖਾਵੇ ਦੀਆਂ ਸਮਾਧੀਆਂ ਲਾਣੀਆਂ ਜਾਂ ਭੇਖ ਧਾਰਨ ਦੇ ਨਾਲ ਸਚਿਆਰ ਹੋਣ ਦਾ ਕੋਈ ਸੰਬੰਧ ਨਹੀਂ ਹੈ। ਸਚਿਆਰ ਹੋਣ ਦਾ ਸੰਬੰਧ ਇਹਨਾਂ ਗੁਣਾਂ ਦੇ ਨਾਲ। ਵਾਹਿਗੁਰੂ ਜੀ ਰਹਿਮਤ ਕਰਨ। ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਇਸ ਤਰ੍ਹਾਂ ਮਿਲ ਬੈਠ ਕੇ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਮੈਂ ਇੱਥੇ ਸਮਾਪਤੀ ਕਰਦਾ ਹਾਂ। ਭਾਈ ਸਾਹਿਬ ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਜੋ ਅੱਜ ਮੈਂ ਵਿਚਾਰਿਆ ਹੈ